ਬਰਾੜ ਸਾਹਿਬ ਰਾਘਵ ਚੱਡਾ ਦਾਅਵਾ ਕਰਦੇ ਨੇ ਕਿ 100% ਉਹਨਾਂ ਦੀਆਂ ਹਾਜ਼ਰੀਆਂ ਰਹੀਆਂ ਤੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਜ਼ਿਕਰ ਕਰਦੇ ਨੇ ਕਿ ਉਹਨੇ ਸਭ ਤੋਂ ਘੱਟ ਹਾਜ਼ਰੀਆਂ ਲੱਗੀਆਂ ਨੇ ਤੇ ਮੁੱਦਾ ਜ਼ੀਰੋ ਚੱਕਿਆ ਗਿਆ। ਜ਼ੀਰੋ ਉਹਨਾਂ ਨੇ ਬਹਿਸ ਕੀਤੀ। ਆਮ ਆਦਮੀ ਪਾਰਟੀ ਜਿਹੜੀ ਹੈ 100% ਝੂਠ ਬੋਲਣ ਦੇ ਵਿੱਚ ਜਿਹੜੀ ਹੈ ਬੜੀ ਮਾਹਰ ਹੈ। ਇੱਕ ਗੱਲ, ਦੂਜੀ ਗੱਲ ਇਹਨਾਂ ਨੂੰ ਬ੍ਰਾਂਡਿੰਗ ਕਰਨੀ ਆਉਂਦੀ ਹੈ ਕਿ ਇੱਥੇ ਫਿਰ ਹਾਜ਼ਰੀ ਹਰਭਜਨ ਸਿੰਘ ਭੱਜੀ ਸਾਹਿਬ ਦੀ ਕਿਉਂ ਨਹੀਂ ਦਿਖਾਈ, ਇੱਥੇ ਫਿਰ ਮੈਂਬਰ ਰਾਜ ਸਭਾ ਮਿੱਤਲ ਸਾਹਿਬ ਦੀ ਕਿਉਂ ਨਹੀਂ ਦਿਖਾਈ, ਇੱਥੇ ਫਿਰ ਲੁਧਿਆਣੇ ਵਾਲੇ ਡਾਕਟਰ ਸਾਹਿਬ ਦੀ ਕਿਉਂ ਨਹੀਂ ਦਿਖਾਈ। ਬਹੁਤ ਸਾਰੇ ਨੇ ਰਾਘਵ ਚੱਡਾ ਨੇ ਦਿਖਾਏ ਨੇ ਜਿੱਥੇ ਉਹ ਕਹਿੰਦੇ ਅਸੀਂ ਬੇਅਦਬੀ ਦੀ ਗੱਲ ਕੀਤੀ ਹੈ, ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਅਸੀਂ ਜਿਹੜਾ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਹੈ, ਹੋਰ ਵੀ ਬਹੁਤ ਸਾਰੇ ਮੁੱਦੇ ਇੱਥੇ ਐਡ ਕੀਤੇ ਗਏ। ਇਕੱਲੇ ਕੇਜਰੀਵਾਲ ਸਾਹਿਬ ਦੇ ਸਾਈਨ ਹੋਣੇ ਹੈ ਤੇ ਇਹ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਹੋ ਜਾਣੀ ਹੈ। ਉਹਨਾਂ ਦੇ ਆਪਣੇ ਐਮਪੀ ਵੀ ਨੇ ਪਰ ਉਹਨਾਂ ਨੂੰ ਜ਼ੀਰੋ ਕਰਕੇ ਫਿਰ ਕੀ ਸਾਬਿਤ ਕਰਨਾ ਚਾਹੁੰਦੇ ਨੇ ਰਾਘਵ ਚੱਡਾ? ਇਹ ਤਾਂ ਅਨਓਫੀਸ਼ੀਅਲੀ ਪੰਜਾਬ ਸਰਕਾਰ ਟੇਕ ਓਵਰ ਕਰ ਚੁੱਕੀ ਹੈ ਦਿੱਲੀ। ਸਾਰੀ ਸਰਕਾਰ ਰਾਘਵ ਚੱਡਾ ਤੇ ਦਿੱਲੀੋਂ ਚੱਲ ਰਹੀ ਹੈ। ਇਹਨਾਂ ਗੱਲਾਂ ਨਾਲ ਲੋਕਾਂ ਨੇ ਕੁਝ ਨਹੀਂ ਲੈਣਾ। ਲੋਕਾਂ ਨੂੰ ਹਜ਼ਾਰ ਰੁਪਈਆ ਜਿਹੜਾ ਉਹ ਅਕਾਊਂਟਾਂ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੂੰ ਚਾਹੀਦਾ ਹੈ। ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ, ਐਵੇਂ ਨਹੀਂ ਸ਼ਰੇਆਮ ਵਿਕਦਾ। ਅੱਜ ਉਹਦਾ ਆਪਦੇ ਟਵੀਟ ਦਾ ਜਵਾਬ ਹੀ ਦੇ ਦੇਣ। ਗਨਮੈਨ ਕਹਿੰਦੇ ਅਸੀਂ ਵਾਪਸ ਲੈ ਲਏ ਤੇ ਫੇਸਬੁੱਕ ਪੇਜਾਂ ਤੇ ਪਾਤਾ, ਜਿਹਦੇ ਕਰਕੇ ਸਿੱਧੂ ਵੀ ਮਾਰਿਆ ਗਿਆ। ਨੀਂਹ ਪੱਥਰ ਕਹਿੰਦੇ ਸੀ ਅਸੀਂ ਰੱਖਾਂਗੇ ਹੀ ਨਹੀਂ, ਤੇ ਹੁਣ ਇਹਨਾਂ ਦੇ ਐਮਐਲਏ ਵੀ ਰੱਖੀ ਜਾਂਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਟੀਵੀ ਪੰਜਾਬ। ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ। ਰਾਘਵ ਚੱਡਾ ਵੱਲੋਂ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਜਾਂਦਾ ਜਿੱਥੇ ਕਿ 100% ਹਾਜ਼ਰੀਆਂ ਦੱਸੀਆਂ ਜਾਂਦੀਆਂ ਨੇ। ਪੰਜਾਬ ਦੇ ਹਰੇਕ ਮੁੱਦੇ ਨੂੰ ਚੱਕਣ ਦਾ ਦਾਅਵਾ ਕੀਤਾ ਜਾਂਦਾ ਆ। ਇੱਕ ਪਾਸੇ ਮਾਨ ਸਰਕਾਰ ਬੜੇ ਦਾਅਵੇ ਕਰਦੀ ਆ, ਪਰ ਉਹਨਾਂ ਦੇ ਉੱਪਰੋਂ ਜਿਸ ਤਰੀਕੇ ਨਾਲ ਦਾਅਵੇ ਰਾਘਵ ਚੱਡਾ ਕਰਦੇ ਨੇ ਤੇ ਇਸ ਦੇ ਨਾਲ ਇੰਟਰਸਟਿੰਗ ਗੱਲ ਹੋਰ ਹੁੰਦੀ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਸਭ ਤੋਂ ਘੱਟ ਹਾਜ਼ਰੀਆਂ ਵਿੱਚ ਗਿਣਿਆ ਜਾਂਦਾ ਆ। ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਿਛੜ ਗਿਆ ਆ ਤੇ ਰਾਘਵ ਚੱਡਾ ਅੱਗੇ ਜਾ ਰਹੇ ਨੇ। ਕੇਵਲ ਇੱਥੇ ਨਹੀਂ, ਬਹੁਤ ਸਾਰੇ ਪੰਜਾਬ ਦੇ ਹੋਰ ਮੁੱਦੇ ਨੇ, ਚਾਹੇ ਉਹ ਭੂ ਮਾਫੀਆ ਦਾ ਹੋਵੇ ਜਾਂ ਸਰਕਾਰ ਦੀ ਕਾਰਗੁਜ਼ਾਰੀ ਜਾਂ ਫਿਰ ਕਈ ਮੁੱਦਿਆਂ ਤੋਂ ਯੂ ਟਰਨ ਲੈਣ ਦਾ। ਤਮਾਮ ਮੁੱਦਿਆਂ 'ਤੇ ਚਰਚਾ ਕਰਾਂਗੇ। ਮੇਰੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਚਰਨਜੀਤ ਬਰਾੜ ਹੋਣੀ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਜੀ ਧੰਨਵਾਦ ਜੀ। ਬਰਾੜ ਸਾਹਿਬ ਰਾਘਵ ਚੱਡਾ ਦਾਅਵਾ ਕਰਦੇ ਨੇ ਕਿ 100% ਉਹਨਾਂ ਦੀਆਂ ਹਾਜ਼ਰੀਆਂ ਰਹੀਆਂ ਨੇ। ਸਰਦ ਰੁੱਤ ਦੇ ਵਿੱਚ ਉਹ ਜਿਹੜਾ 7 ਤਰੀਕ ਤੋਂ 23 ਤਰੀਕ ਤੱਕ ਪੂਰੀਆਂ ਹਾਜ਼ਰੀਆਂ ਲਾਈਆਂ ਤੇ ਹਰ ਇੱਕ ਮੁੱਦੇ ਨੂੰ ਚੱਕਿਆ ਗਿਆ। ਤੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਜ਼ਿਕਰ ਕਰਦੇ ਨੇ ਕਿ ਉਹਨੇ ਸਭ ਤੋਂ ਘੱਟ ਹਾਜ਼ਰੀਆਂ ਲੱਗੀਆਂ ਨੇ ਤੇ ਮੁੱਦਾ ਜ਼ੀਰੋ ਚੱਕਿਆ ਗਿਆ। ਜ਼ੀਰੋ ਉਹਨਾਂ ਨੇ ਬਹਿਸ ਕੀਤੀ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਇੱਕ ਗੱਲ ਹੈ ਕਿ ਇਹ ਆਮ ਆਦਮੀ ਪਾਰਟੀ ਜਿਹੜੀ ਹੈ 100% ਝੂਠ ਬੋਲਣ ਦੇ ਵਿੱਚ ਜਿਹੜੀ ਹੈ ਬੜੀ ਮਾਹਰ ਹੈ। ਇੱਕ ਗੱਲ, ਦੂਜੀ ਗੱਲ, ਇਹਨਾਂ ਨੂੰ ਬ੍ਰਾਂਡਿੰਗ ਕਰਨੀ ਆਉਂਦੀ ਹੈ। ਇਹ ਮੈਂਬਰ ਰਾਜ ਸਭਾ ਜਾਂ ਮੈਂਬਰ ਪਾਰਲੀਮੈਂਟ, 13 ਮੈਂਬਰ ਪਾਰਲੀਮੈਂਟ ਨੇ, 7 ਰਾਜ ਸਭਾ ਦੇ ਮੈਂਬਰ ਨੇ, ਜਾਂ ਤਾਂ ਸਾਰਿਆਂ ਦਾ ਲੇਖਾ ਜੋਖਾ ਹੋਵੇ ਕੋਈ। ਉਹ ਜੋ ਉਹਨਾਂ ਨੇ ਬੋਲਤਾ ਤੇ ਉਹੀ ਅੱਜ ਕੱਲ੍ਹ ਦਾ ਮੀਡੀਆ ਦਾ ਵੇਖ ਲਓ ਕਿ ਉਵੇਂ ਹੀ ਉਹਨਾਂ ਦਾ ਬਣਿਆ ਹੋਇਆ ਪੋਸਟਰ, ਪਾਰਟੀ ਦੇ ਦਫ਼ਤਰੋਂ ਬਣਿਆ ਪੋਸਟਰ ਤੇ ਸਾਰੇ ਹੀ ਚੈਨਲਾਂ ਨੇ ਉਹਨੂੰ ਘੁਮਾਉਣਾ ਸ਼ੁਰੂ ਕਰ ਦਿੱਤਾ। ਮੇਰਾ ਇੱਕ ਸਵਾਲ ਜਾਂ ਇੱਕ ਪੰਜਾਬ ਦੀ ਜਨਤਾ ਨੂੰ ਗੱਲ ਦੱਸਣ ਦਾ ਮਕਸਦ ਹੈਗਾ ਕਿ 7 ਰਾਜ ਸਭਾ ਮੈਂਬਰ ਨੇ ਪੰਜਾਬ 'ਚੋਂ, 7 ਨੇ ਤੇ 7 ਹੀ ਇਹਨਾਂ ਦੇ ਨੇ, 3 ਇਹਨਾਂ ਦੇ ਦਿੱਲੀ ਦੇ ਨੇ, 10 ਰਾਜ ਸਭਾ ਮੈਂਬਰ ਨੇ। ਰਾਜ ਸਭਾ ਮੈਂਬਰਾਂ ਦੀ ਗਿਣਤੀ ਜਿਹੜੀ ਹੈ ਉਹ ਲਗਭਗ ਜੇ ਮੈਂ ਗਲਤ ਨਾ ਹੋਵਾਂ 250 ਦੇ ਕਰੀਬ ਜਿੰਨੀ ਵੀ ਹੈਗੀ ਹੈ, 200 ਕੁਛ ਹੈਗੀ ਹੈ। ਤਾਂ ਰਾਜ ਸਭਾ ਦੇ ਵਿੱਚ ਬੜਾ ਖੁੱਲ੍ਹਾ ਟਾਈਮ ਹੁੰਦਾ ਹੈ। 10 ਮੈਂਬਰ ਪਾਰਲੀਮੈਂਟ ਜਿਹੜੇ ਰਾਜ ਸਭਾ ਦੇ ਇਹਨਾਂ ਦੇ ਹੈਗੇ ਆ, ਰਾਜ ਸਭਾ ਮੈਂਬਰ, ਉਹਨਾਂ 10 ਦਾ ਟਾਈਮ ਜਿਹੜਾ ਉਹ ਰਾਘਵ ਚੱਡਾ ਸਾਹਿਬ ਨੇ ਖਾਧਾ, ਕਿਉਂਕਿ ਪਾਰਟੀ ਡਿਸਾਈਡ ਕਰਦੀ ਹੈ ਕਿ ਕਿਹਨੇ ਬੋਲਣਾ। ਸਾਰਿਆਂ ਦਾ ਟਾਈਮ ਦਿੱਤਾ ਜਾਂਦਾ ਤੇ ਇਹਨਾਂ ਦੇ 10 ਰਾਜ ਸਭਾ ਮੈਂਬਰਾਂ ਦੇ ਜਿਹੜਾ ਸੀਗਾ ਸਮਾਂ, ਉਹ ਲਗਭਗ ਜਿਹੜਾ ਇਹਨਾਂ ਨੇ ਸੋਸ਼ਲ ਮੀਡੀਆ ਤੇ ਦੱਸਿਆ, ਹਾਲੇ ਤੱਕ ਅਸੀਂ ਲੋਕ ਸਭਾ ਤੋਂ ਲਵਾਂਗੇ ਡਿਟੇਲ ਪਤਾ ਲੱਗੂਗੀ ਕਿ 24 + 2 26 ਇਹਨਾਂ ਨੇ ਕਿਹਾ ਵੀ ਮੈਂ ਮੁੱਦੇ ਠਾਏ ਆ ਜੋ ਇਹਨਾਂ ਨੇ ਸੋਸ਼ਲ ਮੀਡੀਆ ਤੇ ਪਾਇਆ। 10 ਐਮਪੀਆਂ ਦਾ ਟਾਈਮ ਲੈ ਕੇ 26 ਠਾਏ ਆ। ਦੂਜੇ ਪਾਸੇ ਸਾਡੇ ਤੇ ਜਿਹੜਾ ਇਹਨਾਂ ਨੇ ਠਾਇਆ ਕਿ ਸਾਡੇ 2 ਹੀ ਮੈਂਬਰ ਪਾਰਲੀਮੈਂਟ ਨੇ, ਇੱਕ ਸਾਥ ਸੁਖਬੀਰ ਸਿੰਘ ਬਾਦਲ, ਦੂਸਰੇ ਬੀਬਾ ਹਰਸਿਮਰਤ ਕੌਰ ਬਾਦਲ। ਪਹਿਲੀ ਗੱਲ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਦੀ 100% ਹਾਜ਼ਰੀ ਹੈ। ਇਹ ਫਿਰ ਐਮਪੀ ਤਾਂ ਇਹ ਵੀ ਨੇ, ਫਿਰ ਇਹਨਾਂ ਦੀ ਕਾਰਜਕਾਰੀ ਕਿਉਂ ਨਹੀਂ ਦਿਖਾਈ? ਕਿਉਂਕਿ ਪਾਰਟੀ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਉੱਥੇ ਲੋਕ ਸਭਾ ਦੇ ਵਿੱਚ, ਕਿਉਂਕਿ ਪ੍ਰਧਾਨ ਸਾਹਿਬ ਪੰਜਾਬ ਦੇ ਵਿੱਚ ਜ਼ਿਆਦਾ ਟਾਈਮ ਦਿੰਦੇ ਆ, ਔਰ 2 ਐਮਪੀਆਂ ਦਾ ਟਾਈਮ 542 ਚੋਂ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੇ ਮਿੰਟ ਸੈਕਿੰਡ ਮਿਲਦੇ ਆ। ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ 33 ਮੁੱਦੇ ਪੰਜਾਬ ਨਾਲ ਸੰਬੰਧਿਤ, ਵੱਡੇ ਤੋਂ ਵੱਡਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਅੰਤਰਰਾਸ਼ਟਰੀ ਉਡਾਣਾਂ ਦਾ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਮੁੱਦਾ, ਹਜੂਰ ਸਾਹਿਬ ਨੂੰ ਉਡਾਨ ਦਾ ਮੁੱਦਾ, ਬਿਨਾਂ ਪਾਸਪੋਰਟ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ, ਇਸੇ ਤਰ੍ਹਾਂ ਜਿਹੜੇ ਲਾਅ ਐਂਡ ਆਰਡਰ ਦੀ ਪੰਜਾਬ ਦੀ ਸਥਿਤੀ, ਇਸੇ ਤਰ੍ਹਾਂ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਗੁਆਂਢੀ ਪਾਕਿਸਤਾਨ ਰੋਜ਼ ਡਰੋਨ ਭੇਜ ਰਿਹਾ, ਜਾਂ ਜਿੰਨੇ ਵੀ ਮਸਲੇ ਸੀ, ਜਿਹੜੇ ਘੱਟ ਮੁਆਵਜ਼ਾ ਮਿਲ ਰਿਹਾ, ਜਿਹੜੀਆਂ ਸੜਕਾਂ ਪੰਜਾਬ ਦੇ ਵਿੱਚ ਨਿਕਲ ਰਹੀਆਂ ਤੇ ਉਹਦੇ ਚੋਂ ਘੱਟ ਮੁਆਵਜ਼ਾ ਮਿਲ ਰਿਹਾ, ਉਹਨਾਂ ਨੂੰ ਚੁੱਕਣ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕੇ ਦਾ ਮੁੱਦਾ,
ਲਤੀਫਪੁਰੇ ਵਾਲੇ ਜਿਹੜੇ ਜਲੰਧਰ ਦੇ ਵਿੱਚ ਘਰ ਢਾਹ ਤੇ ਸਰਕਾਰ ਤਾਂ ਕਹਿੰਦੀ ਹੈ ਕੋਈ ਘਰ ਵਾਲਾ ਕੱਚੇ ਘਰ ਵਾਲਾ ਬਚੇ ਨਾ, ਤੇ ਉਹਨਾਂ ਦੇ ਘਰ ਹੀ ਖੋਲੇ, ਉਹਨਾਂ ਦਾ ਮੁੱਦਾ, ਇੰਡਸਟਰੀਆਂ ਦਾ ਮੁੱਦਾ, ਉਲਟੀ ਗੰਗਾ ਵਹਿਣ ਲੱਗੀ ਹੈ। ਇੱਕ ਮਿੰਟ ਗੱਲ ਪੂਰੀ ਹੋ ਲੈਣ ਦਿਓ ਨਾ ਜੀ, ਮੇਰੀ ਗੱਲ ਪੂਰੀ ਹੋ ਲੈਣ ਦੇ। ਰਾਘਵ ਚੱਡਾ ਦੀ ਗੱਲ ਦਾ ਜਵਾਬ ਪੂਰਾ ਚੱਲ ਜਾਂਦੇ ਹੋ। ਉਲਟੀ ਗੰਗਾ ਵਹਿਣੀ ਸ਼ੁਰੂ ਹੋ ਗਈ ਕਿ ਪੰਜਾਬ ਦੀ ਇੰਡਸਟਰੀ ਯੂਪੀ ਵੱਲ ਜਾਣ ਲੱਗ ਗਈ। ਹਾਲਾਂਕਿ ਯੂਪੀ ਦੇ ਤਾਂ ਜਿਹੜੇ ਲੇਬਰ ਇੱਥੇ ਆ ਕੇ ਕੰਮ ਕਰਦੀ ਸੀ, ਹਾਲਾਤ ਕਿਸ ਲੈਵਲ ਦੇ ਨੇ, ਗਰਾਊਂਡ ਦੇ ਪਾਣੀ ਜਿਹੜਾ ਡੂੰਘਾ ਜਾ ਰਿਹਾ ਉਹਦਾ ਮੁੱਦਾ ਚੁੱਕਿਆ, ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ, ਭਾਵੇਂ ਜਾਲੀ ਬੀਜਾਂ ਕਰਕੇ ਹੋਵੇ ਜਾਂ ਗੁਲਾਬੀ ਸੁੰਡੀ ਕਰਕੇ ਹੋਵੇ, ਜਿਹੜਾ ਹੋਰ ਕੋਈ ਮੁੱਦਾ ਪੰਜਾਬ ਦਾ ਐਸਾ ਨਹੀਂ ਜਿਹੜਾ ਬੀਬਾ ਹਰਸਿਮਰਤ ਕੌਰ ਬਾਦਲ ਨੇ ਛੱਡਿਆ। ਮੈਂ ਤੁਹਾਨੂੰ ਕਾਗਜ਼ ਵੀ ਸਾਰਾ ਦੇਵਾਂਗਾ ਡਿਟੇਲ ਦੇ ਵਿੱਚ, ਪਰ ਉਹ ਆਪਦੀ ਪਿੱਠ ਥਪਥਪਾਈ ਗਿਆ ਔਰ ਬਾਕੀ ਐਮਪੀਆਂ ਨੂੰ ਵੀ ਉਹਨੇ ਨੀਮਾ ਵਿਖਾਤਾ। ਇਹ ਇੱਥੇ ਫਿਰ ਹਾਜ਼ਰੀ ਹਰਭਜਨ ਸਿੰਘ ਭੱਜੀ ਸਾਹਿਬ ਦੀ ਕਿਉਂ ਨਹੀਂ ਦਿਖਾਈ? ਇੱਥੇ ਫਿਰ ਮੈਂਬਰ ਰਾਜ ਸਭਾ ਮਿੱਤਲ ਸਾਹਿਬ ਦੀ ਕਿਉਂ ਨਹੀਂ ਦਿਖਾਈ? ਇੱਥੇ ਫਿਰ ਲੁਧਿਆਣੇ ਵਾਲੇ ਡਾਕਟਰ ਸਾਹਿਬ ਦੀ ਕਿਉਂ ਨਹੀਂ ਦਿਖਾਈ? ਇੱਥੇ ਬਾਕੀ ਐਮਪੀਆਂ ਦੀ ਕਿਉਂ ਨਹੀਂ ਦਿਖਾਈ? ਇਸ ਕਰਕੇ ਇਹ ਮੈਂ ਸਮਝਦਾ ਕਿ ਰਾਘਵ ਚੱਡਾ ਸਾਹਿਬ ਨੂੰ ਆਪਦੀ ਪਾਰਟੀ 'ਚ ਵੀ ਇਹ ਗੱਲ ਭਾਰੀ ਪੈਣੀ ਹੈ, ਕਿਉਂਕਿ ਇਹਦਾ ਮਤਲਬ ਬਾਕੀ ਐਮਪੀਆਂ ਨੂੰ ਤੁਸੀਂ ਜ਼ੀਰੋ ਕਰ ਰਹੇ ਹੋ, ਆਪਣਾ ਨਾਂ ਇਕੱਲੇ ਉਭਾਰ ਰਹੇ ਹੋ। ਇਹ ਨਹੀਂ ਹੁੰਦਾ, ਇਹ ਪਾਰਟੀਆਂ ਦਾ ਟਾਈਮ ਹੁੰਦਾ ਔਰ ਪਾਰਟੀ ਦੇ ਟਾਈਮ 'ਚ ਕਿਹੜਾ ਕੀ ਬੋਲਿਆ ਇਹ ਸਾਰਾ ਰਿਕਾਰਡ ਤੇ ਹੁੰਦਾ। ਪਰ ਇਹ ਆਪਣੇ ਆਪ ਦੀ ਪਿੱਠ ਥਪਥਪਾਉਣੀ ਔਰ ਦੂਜੀ ਪਾਰਟੀ ਨੂੰ ਜਿਹੜਾ ਸੀਗਾ ਨੀਵਾਂ ਦਿਖਾਉਣਾ। ਲੋਕ ਸਭਾ ਦੇ ਵਿੱਚ 304 ਐਮਪੀ ਬੀਜੇਪੀ ਦੇ ਬੈਠੇ ਆ, ਹੋਰ ਉੱਥੇ ਨਾਲ ਹੀ ਜਿਹੜੇ ਦੂਜੇ ਬੀਜੇਪੀ ਦੇ ਐਮਪੀ ਸਾਹਿਬ ਬੈਠੇ ਆ ਪੰਜਾਬ ਤੋਂ, ਉਹ ਵੀ ਤਾਂ ਬੈਠੇ ਸੀ, ਫਿਰ ਉਹਨਾਂ ਦਾ ਹਾਜ਼ਰੀ ਕਿਉਂ ਨਹੀਂ ਜ਼ਿਕਰ ਕੀਤਾ? ਕੱਲੇ ਸਨੀ ਦਿਓਲ ਦਾ ਕਿਉਂ ਕੀਤਾ? ਠੀਕ ਹੈ, ਸੈਲੀਬ੍ਰਿਟੀ ਪਹਿਲਾਂ ਹੀ ਅਸੀਂ ਕਹਿੰਦੇ ਆ ਕਿ ਇਹ ਹਾਜ਼ਰੀਆਂ ਘੱਟ ਹੀ ਦਿੰਦੇ ਹੁੰਦੇ ਆ। ਇਸ ਕਰਕੇ ਇਹ ਰਾਘਵ ਚੱਡਾ ਸਾਹਿਬ ਨੇ 100% ਝੂਠ ਬੋਲਿਆ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕੋਈ ਪੰਜਾਬ ਦਾ ਐਸਾ ਮੁੱਦਾ ਨਹੀਂ ਜਿਹੜਾ ਟੁੰਬੇ ਤੋਂ ਬਿਨਾਂ ਛੱਡਿਆ ਹੋਵੇ, ਔਰ ਬੜੇ ਜ਼ੋਰ ਸ਼ੋਰ ਨਾਲ ਮੁੱਦੇ। ਬਿਲਕੁਲ, ਜਿਹੜੇ ਤੁਸੀਂ ਮੁੱਦਿਆਂ ਦੀ ਚਰਚਾ ਕਰ ਰਹੇ ਹੋ ਉਹੀ ਮੁੱਦੇ ਨੇ ਜਿਹੜੇ ਉਹ 'ਚ ਬਹੁਤ ਸਾਰੇ ਨੇ ਰਾਘਵ ਚੱਡਾ ਨੇ ਦਿਖਾਏ ਨੇ, ਜਿੱਥੇ ਉਹ ਕਹਿੰਦੇ ਅਸੀਂ ਬੇਅਦਬੀ ਦੀ ਗੱਲ ਕੀਤੀ ਹੈ, ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਅਸੀਂ ਜਿਹੜਾ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਹੈ, ਹੋਰ ਵੀ ਬਹੁਤ ਸਾਰੇ ਮੁੱਦੇ ਇੱਥੇ ਐਡ ਕੀਤੇ ਗਏ ਨੇ। ਉਹਨਾਂ ਨੇ ਕਿਹਾ ਵੀ ਅਸੀਂ ਇਸ ਉੱਤੇ ਪੈਰਵੀ ਕੀਤੀ ਹੈ। ਤੇ ਹੁਣ ਆਪਾਂ ਇੱਕ ਬੰਦੀ ਸਿੰਘਾਂ ਦੀ ਗੱਲ ਕਰ ਲਈਏ। ਦਿੱਲੀ ਦੇ ਵਿੱਚ ਇਕੱਲੇ ਕੇਜਰੀਵਾਲ ਸਾਹਿਬ ਦੇ ਸਾਈਨ ਹੋਣੇ ਆ ਤੇ ਇਹ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਹੋ ਜਾਣੀ ਹੈ, ਤੇ ਇਹਨਾਂ ਨੇ ਤਾਂ ਮੀਟਿੰਗ ਹੀ ਨਹੀਂ ਕੀਤੀ। ਕਿੰਨੇ ਮਹੀਨੇ ਹੋ ਗਏ ਮੀਟਿੰਗ ਨਹੀਂ ਕੀਤੀ, ਉਲਟਾ ਕ੍ਰਾਈਮ ਦਿੱਲੀ ਦੀ ਜੇਲ੍ਹ 'ਚ ਆਪਰੇਟ ਹੋ ਰਿਹਾ। ਇਹਨਾਂ ਦਾ ਜੇਲ੍ਹ ਮੰਤਰੀ ਵਿਭਾਗ ਵੀ ਨਹੀਂ ਵਾਪਸ ਰਿਹਾ, ਉਹ ਜੇਲ੍ਹ 'ਚ ਬੈਠਾ ਮਾਲਸ਼ਾਂ ਕਰਾਈ ਜਾਂਦਾ। ਉੱਥੇ ਕਿੰਨੇ ਕਰੋੜਾਂ ਰੁਪਏ ਦਾ ਲੈਣ ਦੇਣ ਦਾ ਜਿਹੜਾ ਹੈਗਾ ਉੱਥੋਂ ਖੁਲਾਸਾ ਹੋਇਆ। ਇਸ ਕਰਕੇ ਚੌਤਰਫਾ ਫੇਲੀਅਰ ਹੈਗਾ, ਪਰ ਉਹ ਆਪ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਹਾਈਪ ਕ੍ਰੀਏਟ ਕਰਨੀ ਆਉਂਦੀ ਹੈ, ਉਹ ਲੱਗੇ ਹੋਏ। ਠੀਕ ਹੈ, ਇੱਕ ਗੱਲ ਤੁਸੀਂ ਬੜੀ ਅਹਿਮ ਦੱਸੀ ਹੈ ਕਿ ਉਹਨਾਂ ਦੇ ਆਪਣੇ ਐਮਪੀ ਵੀ ਨੇ, ਪਰ ਉਹਨਾਂ ਨੂੰ ਜ਼ੀਰੋ ਕਰਕੇ ਫਿਰ ਕੀ ਸਾਬਿਤ ਕਰਨਾ ਚਾਹੁੰਦੇ ਨੇ ਰਾਘਵ ਚੱਡਾ? ਦੇਖੋ, ਜੋ ਹਵਾਵਾਂ ਚੱਲ ਰਹੀਆਂ ਨੇ ਉਹ ਤਾਂ ਇਹ ਨੇ ਕਿ ਦਿੱਲੀ ਪੰਜਾਬ ਤੇ ਹਾਵੀ ਹੋ ਗਈ ਆ, ਔਰ ਪੰਜਾਬ ਦੇ ਸਾਰੀ ਸਰਕਾਰ ਨੂੰ, ਭਾਵੇਂ ਉਹ ਜਿਹੜਾ ਕੀ ਨਵਲ ਅਗਰਵਾਲ ਬੈਠਾ ਚੀਫ ਸੈਕਟਰੀ ਤੇ ਡੀਜੀਪੀ ਨਾਲ ਮੀਟਿੰਗਾਂ 'ਚ ਖਬਰਾਂ 'ਚ ਦਿਖਾਇਆ ਸਾਰਿਆਂ ਨੇ, ਜਾਂ ਜਿਹੜੇ ਹੋਰ 70-75 ਬੰਦੇ ਸਾਰੇ ਮੰਤਰੀ ਐਮਐਲਏ ਨਾਲ ਛੱਡੇ ਆ, ਇਹ ਤਾਂ ਅਨਓਫੀਸ਼ੀਅਲੀ ਪੰਜਾਬ ਸਰਕਾਰ ਟੇਕ ਓਵਰ ਕਰ ਚੁੱਕੀ ਹੈ ਦਿੱਲੀ। ਇਹ ਸਵਾਲ ਤਾਂ ਬਹੁਤ ਵਾਰੀ ਮੀਡੀਆ ਪੁੱਛਦਾ ਆ, ਪਰ ਭਗਵੰਤ ਮਾਨ ਕਹਿੰਦੇ ਨੇ ਕਿ ਨੌਲੇਜ ਸ਼ੇਅਰ ਐਗਰੀਮੈਂਟ ਹੈ। ਅੱਜ ਮੈਂ ਉਹੀ ਕਹਿ ਦਿਆਂ ਕਿ ਮੁੱਖ ਮੰਤਰੀ ਕੋਲੇ ਫਾਈਲਾਂ ਜਾਣ ਤੋਂ ਪਹਿਲਾਂ ਰਾਘਵ ਚੱਡਾ ਸਾਹਿਬ ਕੋਲੇ ਜਾਂਦੀਆਂ। ਸਾਰੀ ਸਰਕਾਰ ਰਾਘਵ ਚੱਡਾ ਤੇ ਦਿੱਲੀੋਂ ਚੱਲ ਰਹੀ ਹੈ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਮੈਂਡੇਟ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ। ਲੋਕਾਂ ਨੇ ਤਕੜੇ ਹੋ ਕੇ ਅਬ ਫੈਸਲੇ ਜਿਹੜੇ ਡਰ ਕੀ ਹੈ? ਡਰ ਕੀ ਲੱਗਦਾ ਤੁਹਾਨੂੰ? ਲੱਗਦਾ ਮੁੱਖ ਮੰਤਰੀ ਨੂੰ ਕੀ ਡਰ ਹੋਣਾ ਵੀ ਕਿਉਂ ਉੱਥੇ ਕਰਨੀ? ਕੀ ਕਹਿ ਸਕਦੇ ਹਾਂ ਜੀ। ਅੱਜ ਨਵਾਂ ਰੌਲਾ ਸੁਣਿਆ, ਕਹਿੰਦੇ ਕੇਜਰੀਵਾਲ ਨੂੰ ਉੱਥੇ ਦਿੱਲੀ ਬੁਲਾਇਆ ਨਹੀਂ ਮੋਦੀ ਸਾਹਿਬ ਨੇ, ਭਗਵੰਤ ਮਾਨ ਨੂੰ ਰੋਕਿਆ ਵੀ ਸੀਗਾ, ਫਿਰ ਵੀ ਪਤਾ ਨਹੀਂ ਕਿਉਂ ਚਲਾ ਗਿਆ। ਹੁਣੇ ਨੇ ਇੱਕ ਆਮ ਆਦਮੀ ਪਾਰਟੀ ਦੇ ਪੁਰਾਣੇ ਲੀਡਰ ਨੇ ਟਵੀਟ ਕੀਤਾ, ਕਹਿੰਦੇ ਇਸ ਦਾ ਵੀ ਰੌਲਾ ਚੱਲੀ ਜਾਂਦਾ। ਇਸ ਕਰਕੇ ਇਹਨਾਂ ਗੱਲਾਂ ਨਾਲ ਲੋਕਾਂ ਨੇ ਕੁਝ ਨਹੀਂ ਲੈਣਾ ਦੇਣਾ। ਲੋਕਾਂ ਨੂੰ ਸਸਤੀ ਰੇਤ ਤੇ ਬਜਰੀ ਚਾਹੀਦੀ ਹੈ। ਲੋਕਾਂ ਨੂੰ ਹਜ਼ਾਰ ਰੁਪਈਆ ਜਿਹੜਾ ਉਹ ਅਕਾਊਂਟਾਂ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੂੰ ਚਾਹੀਦਾ ਹੈ। ਲਾਅ ਐਂਡ ਆਰਡਰ ਦੀ ਸਥਿਤੀ ਸਾਡੀ ਐਸੀ ਮਾੜੀ ਹੋਈ ਪਈ ਹੈ ਕਿ ਬਾਹਰ ਨਿਕਲ ਤੋਂ ਲੋਕ ਡਰਦੇ ਹੈ, ਉਹ ਕੰਟਰੋਲ ਹੋਣੀ ਚਾਹੀਦੀ ਹੈ। ਨਸ਼ੇ ਜਿਹੜੇ ਕਹਿੰਦੇ ਸੀ 4 ਹਫ਼ਤਿਆਂ 'ਚ ਖਤਮ ਕਰ ਦਾਂਗੇ, ਉਹ ਖਤਮ ਹੋਣੇ ਚਾਹੀਦੇ ਹੈ। 2020 ਨੂੰ ਪਤਾ ਕੀ ਟਵੀਟ ਕੀਤਾ ਸੀ ਭਗਵੰਤ ਮਾਨ ਸਾਹਿਬ ਨੇ ਕਿ ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ, ਐਵੇਂ ਨਹੀਂ ਸ਼ਰੇਆਮ ਵਿਕਦਾ। ਅੱਜ ਉਹਦਾ ਆਪਦੇ ਟਵੀਟ ਦਾ ਜਵਾਬ ਹੀ ਦੇ ਦੇਣ। ਅੱਜ ਕਿਉਂ? ਅੱਜ ਮੇਰੇ ਕੋਲ ਲਿਸਟ ਪਈ ਹੈ, ਘੱਟ ਤੋਂ ਘੱਟ ਜਿਹੜਾ ਹੈਗਾ 200 ਮੁੰਡੇ ਦੀ ਲਿਸਟ ਹੈ, ਜਿਹੜੀ 18 ਸਾਲ ਦਾ, 20 ਸਾਲ ਦਾ, 22 ਸਾਲ ਦਾ ਬੱਚੇ ਜਿਹੜੇ ਆ ਉਹ ਨਸ਼ੇ ਨਾਲ ਮਰ ਗਏ ਆ। ਤੇ ਫਿਰ ਇਹ ਸਾਡੇ ਵੇਲਿਆਂ ਤੇ ਹੀ ਦੋਸ਼ ਦੇਈ ਜਾਂਦੇ ਆ। ਹੁਣ ਕੰਟਰੋਲ ਕਰਨਾ ਯਾਰ। 9.5 ਮਹੀਨੇ ਹੋ ਗਏ ਅੱਜ ਪੂਰੇ ਸਰਕਾਰ ਬਣੀ। 9.5 ਮਹੀਨੇ ਥੋੜਾ ਸਮਾਂ ਨਹੀਂ ਹੁੰਦਾ। ਤੁਸੀਂ ਟਵੀਟ ਦੀ ਗੱਲ ਕੀਤੀ ਆ, ਮੈਂ ਇੱਕ ਵੀਡੀਓ ਦਾ ਜ਼ਿਕਰ ਕਰੂੰਗਾ। ਧਰਮਵੀਰ ਗਾਂਧੀ ਹੁਣਾਂ ਨੇ ਜਿਹੜੀ ਉਹ ਵੀ ਵਾਇਰਲ ਕੀਤੀ ਆ। ਭਗਵੰਤ ਮਾਨ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਆ ਕਿ ਗੱਡੀਆਂ ਜਿਹੜੀਆਂ ਬੱਤੀ ਲਾ ਕੇ ਜਿਹੜੀਆਂ ਰੌਲਾ ਪਾਉਂਦੀਆਂ ਲੰਘਦੀਆਂ, ਉਹਨਾਂ 'ਚ ਕੌਣ ਬੈਠਾ ਹੁੰਦਾ ਪਤਾ ਹੁੰਦਾ।
ਤੇ ਫਿਰ ਉਹਨਾਂ ਦੀ ਵੀ ਉਹ ਨਾਲ ਉਹਨਾਂ ਦੀ ਵੀਡੀਓ ਅਟੈਚ ਕਰ ਦਿੱਤੀ। ਕਿਸ ਤਰੀਕੇ ਨਾਲ ਦੇਖਦੇ ਹੋ ਸਾਰੀ ਚੀਜ਼ਾਂ ਨੂੰ, ਕਿਉਂਕਿ ਆਪਣੀ ਬਿਆਨ ਸੀ ਭਗਵੰਤ ਮਾਨ ਤੇ ਵੀ ਮੰਤਰੀ ਜਿਹੜੇ ਉੱਪਰੋਂ ਲੰਘ ਜਾਂਦੇ ਨੇ, ਲੋਕ ਥੱਲੇ ਖੜੇ ਰਹਿ ਜਾਂਦੇ ਨੇ ਤੇ ਵਿੱਚ ਨਹੀਂ ਮਿਲ ਪਾਉਂਦੇ। ਹੁਣ ਆਪ ਹੀ ਉਹ ਸਾਰਾ ਕੁਝ ਜਿਹੜਾ ਫੋਲੋ ਕਰ ਰਹੇ ਨੇ। ਉਹ ਦੇਖੋ, ਇੱਕ ਗੱਲ ਹੈ ਕਿ ਭਗਵੰਤ ਮਾਨ ਸਾਹਿਬ ਜਿਹੜੇ ਚੰਗੇ ਪਬਲਿਕ ਓਰੀਐਂਟਡ ਹੈਗੇ ਆ, ਇਹਨਾਂ ਨੂੰ ਲੋਕਾਂ ਦਾ ਦਿਲ ਲਵਾਉਣਾ ਆਉਂਦਾ ਸੀ, ਉਹ ਚੁਟਕਲੇ ਚੰਗੇ ਸੁਣਾਉਂਦੇ ਸੀਗੇ। ਪਰ ਸਰਕਾਰ ਚਲਾਉਣ ਤੇ ਉਸ ਵੇਲੇ ਦੇ ਸਮੇਂ ਦੇ ਵਿੱਚ ਬੜਾ ਬੇਅੰਤ ਫਰਕ ਹੈਗਾ। ਹੁਣ ਇੱਕ ਵੇਲੇ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਨਨੋਰਾ ਦਿੰਦੇ ਸੀ ਕਿ ਬਿਨਾਂ ਉਹਦੇ ਤੋਂ ਸਿਕਿਉਰਿਟੀ ਤੇ ਕਿਤੇ ਜਾਣ, ਤੇ ਹੁਣ ਆਪ ਦੀ ਸਿਕਿਉਰਿਟੀ ਤੁਸੀਂ ਦੱਸਿਆ ਕੈਮਰੇ ਵਾਲਿਆਂ ਨੇ ਕਿ ਗੱਡੀਆਂ ਵੀ ਵੱਧ ਗਈਆਂ, ਸਿਕਿਉਰਿਟੀ ਨਫਰੀ ਵੀ ਵੱਧ ਗਈ। ਇਹ ਸਾਡੇ ਦੇਸ਼ ਦੀ ਬਦਕਿਸਮਤੀ ਇਹੀ ਹੈ ਕਿ ਜਦੋਂ ਆਪੋਜੀਸ਼ਨ 'ਚ ਹੁੰਦੇ ਆ ਉਦੋਂ ਹੋਰ ਗੱਲਾਂ ਕਰਦੇ ਆ, ਜਦੋਂ ਅਸੀਂ ਕੁਰਸੀ ਤੇ ਬਹਿ ਜਾਂਦੇ ਹਾਂ ਉਦੋਂ ਬਦਲ ਜਾਂਦੇ ਹਾਂ, ਹੋਰ ਕਰਦੇ ਹਾਂ। ਇਹ ਨਹੀਂ ਹੋਣਾ ਚਾਹੀਦਾ। ਜਿੰਨਾ ਚਿਰ ਸਾਡੇ ਦੇਸ਼ ਦਾ ਪੋਲੀਟੀਸ਼ੀਅਨ, ਭਾਵੇਂ ਉਹ ਸਟੇਟ ਦੀ ਪੋਲੀਟਿਕਸ ਕਰਦਾ, ਭਾਵੇਂ ਸਾਰੇ ਦੇਸ਼ ਦੀ ਪੋਲੀਟਿਕਸ ਕਰਦਾ, ਜਿੰਨਾ ਚਿਰ ਉਹ ਇੱਕ ਥਿੰਕਿੰਗ ਨਾਲ ਹੀ ਸੋਚਦਾ, ਉਹਨਾਂ ਚਿਰ ਸੁਧਾਰ ਜਿਹੜਾ ਹੈ ਉਹ ਔਖਾ ਹੈ ਬਹੁਤ। ਥਿੰਕਿੰਗ ਹੋਵੇਗੀ ਕਿਵੇਂ, ਤੁਸੀਂ ਮੈਨੂੰ ਦੱਸੋ, ਕਿਉਂਕਿ ਪਾਣੀਆਂ ਦਾ ਮੁੱਦਾ ਹੀ ਆਪਾਂ ਗੱਲ ਕਰ ਲੈਂਦੇ ਹਾਂ। ਪਾਣੀਆਂ ਦੇ ਉੱਤੇ ਭਗਵੰਤ ਮਾਨ ਪੰਜਾਬ 'ਚ ਰਹਿ ਕੇ ਹੋਰ ਦਾਅਵਾ ਕਰਦੇ ਨੇ, ਦਿੱਲੀ ਨੂੰ ਵੀ ਖੁਸ਼ ਕਰਨਾ, ਕੇਜਰੀਵਾਲ ਹੋਰ ਦਾਅਵਾ ਕਰ ਦਿੰਦੇ ਆ, ਹਰਿਆਣੇ ਦੀ ਟੀਮ ਆਪਣਾ ਹੋਰ ਦਾਅਵਾ ਕਰ ਲੈਂਦੀ ਹੈ। ਕਿਵੇਂ ਹੋਵੇਗਾ ਫਿਰ ਇਹ ਸਭ? ਦੇਖੋ, ਮੇਰੀ ਇੱਕ ਬੇਨਤੀ ਹੈ, ਇਸੇ ਕਰਕੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਲੋਕਾਂ ਨੂੰ ਦੁਬਾਰਾ ਯਾਦ ਆਉਣ ਲੱਗਿਆ। ਅੱਜ ਪਿੰਡਾਂ ਦੀਆਂ ਸੱਥਾਂ 'ਚ ਗੱਲ ਚੱਲਦੀ ਹੈ, ਭਾਵੇਂ ਕਾਂਗਰਸੀ ਬੈਠਾ ਹੋਵੇ, ਭਾਵੇਂ ਆਮ ਆਦਮੀ ਪਾਰਟੀ ਵਾਲਾ ਬੈਠਾ ਹੋਵੇ, ਯਾਰ ਇਦੋਂ ਸ਼੍ਰੋਮਣੀ ਅਕਾਲੀ ਦਲ ਵਾਲੇ 100 ਗੁਣਾ ਚੰਗੇ ਸੀ। ਉਹ ਕਿਉਂ ਕਹਿੰਦੇ ਆ? ਅੱਜ ਜਦੋਂ ਪਾਣੀਆਂ ਦੇ ਮੁੱਦੇ ਤੇ ਹੁਣ 4 ਤਰੀਕ ਨੂੰ ਭਗਵੰਤ ਮਾਨ ਸਾਹਿਬ ਨੂੰ ਦਿੱਲੀ ਬੁਲਾਇਆ ਹੈ, ਪਿਛਲੀ ਮੁੱਖ ਮੰਤਰੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ 'ਚ ਕਿਹਾ ਜੀ ਆਹ ਅੰਕੜੇ ਦੇਤੇ, ਆਹ ਅੰਕੜੇ ਦੇਤੇ, ਆਹ ਅੰਕੜੇ ਦੇਤੇ। ਅੰਕੜੇ ਸਰਕਾਰ ਦੇ ਕੇਸ ਦਾ ਹਿੱਸਾ ਹੈ ਜਿਹੜਾ ਸਟੈਂਡ ਲੈਣਾ ਚਾਹੀਦਾ। ਮੈਂ ਤੁਹਾਡੇ ਚੈਨਲ ਰਾਹੀਂ, ਜੇ ਮੁੱਖ ਮੰਤਰੀ ਸਾਹਿਬ ਕਿਤੇ ਸੁਣਦੇ ਹੋਣ, ਵੈਸੇ ਤਾਂ ਮੇਰੇ ਵਰਗੇ ਛੋਟੇ ਬੰਦੇ ਦੀ ਉਹਨਾਂ ਨੇ ਕੀ ਸੁਣਨੀ ਹੈ, ਉਹਨਾਂ ਨੂੰ ਕੱਲੇ ਰਿਪੇਰੀਅਨ ਲਾਅ ਤੇ ਪਹਿਰਾ ਦੇਣਾ ਚਾਹੀਦਾ ਹੈ। ਰਿਪੇਰੀਅਨ ਲਾਅ ਕੀ ਕਹਿੰਦਾ ਕਿ ਜਿਹੜੇ ਸੂਬੇ ਦੇ ਵਿੱਚੋਂ ਦੀ ਪਾਣੀ ਗੁਜ਼ਰ ਰਿਹਾ ਉਹਦਾ ਹੀ ਹੱਕ ਹੈ, ਜੇ ਉਹ ਤੋਂ ਵਾਫਰ ਹੈ ਤਾਂ ਦੇ ਦੇ, ਪਰ ਉਹ ਆਪਦਾ ਸਾਰਾ ਪਾਣੀ ਵਰਤ ਸਕਦਾ ਹੈ। ਪਹਿਲਾਂ ਧੌਣ ਤੇ ਗੋਡਾ ਰੱਖ ਕੇ ਰਾਜਸਥਾਨ ਨੂੰ ਦਿੱਤਾ, ਫਿਰ ਹਰਿਆਣੇ ਨੂੰ ਦਿੱਤਾ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਨਾ ਦਿੱਲੀ ਵਾਲਿਆਂ ਦੀ ਅੱਖ ਦੀ ਸ਼ਰਮ ਮੰਨਣੀ ਚਾਹੀਦੀ ਹੈ, ਨਾ ਹਰਿਆਣੇ ਵਾਲੀਆਂ ਵੋਟਾਂ ਦਾ ਲਾਲਚ ਕਰਨਾ ਚਾਹੀਦਾ। ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ। ਪੰਜਾਬ ਦੇ ਲੋਕਾਂ ਨਾਲ ਜੇ ਉਹ ਤਕੜੇ ਹੋ ਕੇ ਖੜਨਗੇ, ਰਿਪੇਰੀਅਨ ਲਾਅ ਤੇ ਪਹਿਰਾ ਦੇਣਗੇ ਵੀ ਇੱਕ ਵੀ ਬੂੰਦ ਅਸੀਂ ਪਾਣੀ ਨਹੀਂ ਦੇਵਾਂਗੇ। ਇਹ ਕਹਿੰਦੇ ਜੀ ਸਾਡੇ ਕੋਲੇ ਪਾਣੀ ਘਟ ਗਿਆ, ਤੇ ਘਟੇ 'ਚ ਉਹ ਕਹਿਣਗੇ ਪਹਿਲਾਂ 10 ਲੀਟਰ 'ਚੋਂ 4 ਲੀਟਰ ਦੇਣਾ ਸੀ, ਹੁਣ 8 'ਚੋਂ 4% ਦੇ ਦਿਓ, ਫਿਰ ਕੀ ਕਰੋਗੇ? ਇਸ ਕਰਕੇ ਇਹ ਸਟੈਂਡ ਹੀ ਗਲਤ ਹੈ ਮੁੱਖ ਮੰਤਰੀ ਸਾਹਿਬ ਦਾ ਕਿ ਸਾਡੇ ਕੋਲੇ ਪਾਣੀ ਘਟ ਗਿਆ, ਮੈਜ਼ਰਮੈਂਟ ਕਰ ਲਓ ਜੀ। ਉਹ ਕਹਿੰਦੇ ਘੱਟ ਚੋਂ ਘੱਟ ਦੇ ਦਿਓ, ਅਸੀਂ ਇੱਕ ਵੀ ਬੂੰਦ ਪਾਣੀ ਦਾ ਨਹੀਂ ਦੇਵਾਂਗੇ। ਸੁਪਰੀਮ ਕੋਰਟ ਨੇ ਫੈਸਲਾ ਕਰਤਾ ਸੀ, ਮੁੱਖ ਮੰਤਰੀ ਸੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਤਾਂ ਵਿਧਾਨ ਸਭਾ 'ਚ ਕਾਨੂੰਨ ਬਣਾ ਕੇ ਤੇ ਜ਼ਮੀਨ ਵਾਪਸ ਕਰਤੀ, ਤੇ ਨਾਲ ਕਹਿਤਾ ਸੀ ਨਾ ਇਹ ਜੀ ਸਗੋਂ ਦੀ ਕਹਿਣ ਲੱਗਿਆ ਤੁਸੀਂ ਗਲਤ ਰਸਤੇ ਚੱਲ ਰਹੇ ਹੋ ਜੀ, ਸੁਪਰੀਮ ਕੋਰਟ ਤੁਹਾਨੂੰ ਅੰਦਰ ਕਰ ਰਹੀ ਹੈ। ਬਾਦਲ ਸਾਹਿਬ ਕਹਿੰਦੇ ਭਾਵੇਂ ਫਾਹੇ ਲਾ ਦਿਓ, ਪਰ SYL ਨਾ ਬਣਨ ਦਿੱਤੀ ਹੈ ਤੇ ਨਾ ਬਣਨ ਦੇਵਾਂਗੇ। ਜ਼ਮੀਨ ਪਾਉਣ ਦੇ ਆਰਡਰ ਆ ਗਏ ਸੀਗੇ। ਅੱਛਾ ਠੀਕ ਆ, ਤੁਸੀਂ ਇੱਕ ਅਹਿਮ ਗੱਲ ਜੇ ਦੇਖੋ ਤਾਂ ਇਹਦੇ ਵਿੱਚ ਧਰਨਿਆਂ ਤੋਂ ਨਿਕਲੀ ਹੋਈ ਸਰਕਾਰ ਕਿਹਾ ਜਾਂਦਾ ਹੈ ਆਮ ਆਦਮੀ ਪਾਰਟੀ ਨੂੰ, ਤੇ ਲਗਾਤਾਰ ਇਹ ਗੱਲ ਕਹੀ ਸੀ ਜਦੋਂ ਆਏ ਸੀ ਕਿ ਧਰਨਾ ਨਹੀਂ ਪੰਜਾਬ 'ਚ ਕੋਈ ਲੱਗੇਗਾ, ਫਿਰ ਧਰਨਿਆਂ ਦਾ ਦੌਰ ਜਾਰੀ ਹੈ। ਜੀਰੇ ਧਰਨਾ ਲੱਗਦਾ, ਇਸ ਤੋਂ ਇਲਾਵਾ ਸਭ ਤੋਂ ਵੱਡਾ ਟਰੱਕ ਯੂਨੀਅਨ ਨੇ ਜਿਹੜਾ ਅੰਬਾਲੇ ਧਰਨਾ ਲਾ ਦਿੱਤਾ ਹੈ। ਹਾਲਾਂਕਿ ਉਹਨਾਂ ਦੀ ਜਿਹੜੀਆਂ ਮੰਗਾਂ ਸੀਗੀਆਂ ਉਹ ਪਿਛਲੀਆਂ ਸਰਕਾਰਾਂ ਵੇਲੇ ਉਹਤੇ ਪਹਿਰਾ ਦੇਣ ਦੀ ਚਰਚਾ ਚੱਲ ਰਹੀ ਸੀ, ਪਰ ਇਹ ਸਰਕਾਰ ਵੇਲੇ ਉਮੀਦ ਸੀਗੀ, ਪਰ ਉਮੀਦ ਕਿਤੇ ਖਤਮ ਹੋ ਗਈ। ਦੇਖੋ, ਕੋਈ ਧਰਨਾ ਐਸਾ ਨਹੀਂ ਜਿਹਦੇ 'ਚ ਆਮ ਆਦਮੀ ਪਾਰਟੀ ਨੇ ਸ਼ਿਰਕਤ ਨਾ ਕੀਤੀ ਹੋਵੇ, ਔਰ ਹਰੇਕ ਥਾਂ ਤੇ ਗਰੰਟੀ ਦੇ ਦਿੰਦੇ ਸੀ ਕਿ ਅਸੀਂ ਐਂ ਕਰ ਦਾਂਗੇ ਸਾਡੀ ਸਰਕਾਰ। ਪਰ ਅੱਜ 5 ਮਹੀਨੇ ਧਰਨਾ ਲੱਗਣ ਤੋਂ ਬਾਅਦ ਹਾਈਲਾਈਟ ਹੋਇਆ ਜੀਰੇ ਦਾ ਧਰਨਾ। 5 ਮਹੀਨੇ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਕੱਚੇ ਮੁਲਾਜ਼ਮ ਥਾਂ ਥਾਂ ਧਰਨਾ ਤੇ ਹੀ ਬੈਠੇ ਆ। ਜਿਹੜੇ ਮੁਲਾਜ਼ਮ ਭਰਤੀ ਨਹੀਂ ਕਰ ਰਹੇ, ਉਹ ਕੇਜਰੀਵਾਲ ਸਾਹਿਬ ਦੀ ਭੈਣ ਵੀ ਦੁਬਾਰੇ ਟੈਂਕੀ ਤੇ ਚੜੀ ਫਿਰਦੀ ਸੀ, ਉਹਦੀ ਵੀ ਨਹੀਂ ਵਿਚਾਰੀ ਦੀ ਸੁਣੀ ਕਿਸੇ ਨੇ, ਉਹ ਵੀ ਇਸੇ ਤਰ੍ਹਾਂ ਕੱਚੇ ਮੁਲਾਜ਼ਮ ਪੱਕੇ ਜਿਹੜੇ ਵੱਖ-ਵੱਖ ਡਿਪਾਰਟਮੈਂਟਾਂ ਦੇ ਉਹ ਨਹੀਂ ਪੱਕੇ ਹੋ ਰਹੇ। ਇਸ ਤਰ੍ਹਾਂ ਟਰੱਕ ਯੂਨੀਅਨ ਦੀ ਤੁਸੀਂ ਗੱਲ ਕੀਤੀ ਹੈ, ਉਹ ਧਰਨੇ ਤੇ ਬੈਠੇ ਆ, ਕਿਸਾਨ ਧਰਨਿਆਂ ਤੇ ਬੈਠੇ ਆ, ਸਾਰੇ ਪੰਜਾਬ ਦੇ ਲੋਕ ਤਰਾਹ ਕਰੀ ਜਾਂਦੇ ਆ, ਪਰ ਕੋਈ ਸੁਣਨ ਵਾਲਾ ਹੀ ਹੈ ਨਹੀਂਗਾ। ਜਾਂ ਤਾਂ ਉਦੋਂ ਗਲਤ ਸੀ, ਜਾਣਾ ਨਹੀਂ ਚਾਹੀਦਾ ਸੀ, ਤੇ ਜਾਂ ਅੱਜ ਗਲਤ ਹੈ। ਦੋਨਾਂ 'ਚੋਂ ਇੱਕ ਚੀਜ਼ ਗਲਤ ਤਾਂ ਹੈਗੀ ਨਾ। ਜਿਹੜੀ ਗੱਲ 'ਚ ਗਲਤ ਹੈਗੇ ਆ, ਮਾਫੀ ਮੰਗ ਲੈਣ ਪੰਜਾਬ ਦੇ ਲੋਕਾਂ ਤੋਂ ਕਿ ਉਦੋਂ ਸਾਥੋਂ ਗਲਤੀ ਹੋ ਗਈ ਜੀ, ਅਸੀਂ ਨਹੀਂ ਇਹ ਕਰ ਸਕਦੇ, ਫਿਰ ਸੱਚਾਈ ਦੱਸ ਦੇਣ। ਦੇਖੋ, ਇਹ ਮੈਨੂੰ ਨਹੀਂ ਪਤਾਗਾ। ਦੇਖੋ, ਲਤੀਫਪੁਰ ਘਰ ਢਾਹ ਦੇਣੇ ਸਾਡੇ ਵੇਲੇ ਦਾ ਕਾਨੂੰਨ ਬਣਿਆ, ਸਾਡੀ ਸਰਕਾਰ ਵੇਲੇ ਦਾ, ਕਿ ਜੇ ਕਿਸੇ ਕੋਲੇ ਕਬਜ਼ਾਈ ਹੋਈ ਜ਼ਮੀਨ ਜਾਂ ਕਬਜ਼ਾਈ ਹੋਈ ਜਾਇਦਾਦ ਹੈਗੀ ਹੈ, ਉਹਦਾ ਇੱਕ DC ਨੇ ਰੇਟ ਤੈਅ ਕਰਨਾ, ਔਰ ਉਸ ਰੇਟ ਤੇ ਜੇ 20 ਸਾਲ ਤੋਂ ਉੱਤੇ ਹੋ ਗਿਆ ਬੰਦਾ ਤੇ ਉਹਨੂੰ ਤੁਸੀਂ ਅਲਾਟ ਕਰ ਦਿਓ। ਯਾਰ ਇਹ ਤਾਂ ਚੰਗੀ ਭਲੀ ਘਰ ਜਿਹੜੇ ਆਜ਼ਾਦੀ ਤੋਂ ਉੱਜੜ ਕੇ ਪਾਕਿਸਤਾਨ ਤੋਂ ਆਏ ਤੇ ਤੁਸੀਂ ਫੇਰ ਉਜਾੜਤੇ। ਅੱਜ ਕੱਕਰ ਵਰਦਾ ਹੈ, ਅੱਜ ਤੁਸੀਂ ਇੱਥੇ ਆਪਾਂ ਦਫ਼ਤਰ 'ਚ ਬੈਠੇ ਆ ਤੇ ਹੀਟਰ ਲਾਈ ਬੈਠੇ ਸਾਰੇ, ਤੇ ਕੱਕਰ ਵਰਦਾ ਹੈ ਉੱਥੇ। ਯਾਰ 6-6 7-7 ਸਾਲ ਦੇ ਬੱਚੇ ਜਿਹੜੇ ਆ ਉੱਥੋਂ ਸਕੂਲ ਹੋ ਕੇ ਤਿਆਰ ਹੋ ਕੇ ਜਾਂਦੇ ਆ, ਕੀ ਉਹਨਾਂ ਦਾ ਹਾਲ ਹੈ? ਕੀ ਤੁਹਾਨੂੰ ਤਰਸ ਨਹੀਂ ਆਇਆ ਕੋਈ? ਇਹ ਕਿਹੜੇ ਤੁਸੀਂ ਕਹਿੰਦੇ ਸੀ ਅਸੀਂ ਕਾਨੂੰਨ ਦਾ ਰਾਜ ਲੈ ਕੇ ਆਵਾਂ, ਕਿੱਧਰ ਗਏ ਕਾਨੂੰਨ? ਇਸ ਕਰਕੇ ਥਾਂ ਥਾਂ ਤੇ ਇਹੀ ਗੱਲ
ਵਾਪਰ ਰਹੀ ਹੈ। ਸਰਕਾਰ ਬਿਲਕੁਲ ਬੇਧਿਆਨੀ ਤੇ ਆਪਦੇ ਵਿਰੋਧੀਆਂ ਨੂੰ ਕੱਲਾ ਨੀਵਾਂ ਦਿਖਾਉਣ ਦੇ ਵਿੱਚ ਬਿਆਨਬਾਜ਼ੀ ਚੱਲ ਰਹੀ ਹੈ, ਇਸ ਤੋਂ ਵੱਧ ਕੁਝ ਨਹੀਂ ਹੈ। ਇੱਕ ਬੜੀ ਮਸਤੂਆਣਾ ਸਾਹਿਬ ਦੀ ਘਟਨਾ ਬੜੀ ਵੱਡੀ, ਉਹਦੇ ਉੱਤੇ ਤੁਹਾਨੂੰ ਜਿਹੜਾ ਮਤਲਬ ਅਕਾਲੀ ਦਲ ਨੂੰ ਵੀ ਘੇਰਿਆ ਗਿਆ, ਸ਼੍ਰੋਮਣੀ ਜਿਹੜਾ ਪ੍ਰਬੰਧਕ ਕਮੇਟੀ ਨੂੰ ਵੀ ਘੇਰਿਆ ਗਿਆ, ਐਸਜੀਪੀਸੀ ਨੂੰ ਵੀ ਘੇਰਿਆ ਗਿਆ ਕਿ ਬੇਲੋੜਾ ਦਖਲਅੰਦਾਜ਼ੀ ਕਰ ਰਹੀ ਹੈ। ਹਸਪਤਾਲ ਵਾਸਤੇ ਜ਼ਮੀਨ ਦਿੱਤੀ ਗਈ ਸੀ, ਜ਼ਮੀਨ ਦੇ ਉੱਤੇ ਅਸੀਂ ਹਸਪਤਾਲ ਬਣਾਉਣ ਦੀ ਗੱਲ ਆਖੀ ਸੀ ਤੇ ਫਿਰ ਹੁਣ ਬੇਲੋੜੀ ਦਖਲਅੰਦਾਜ਼ੀ ਹੋ ਰਹੀ ਹੈ। ਜਟਕਾ ਸੌਦੇ 'ਚ ਹੈ ਕਿ ਜ਼ਮੀਨ ਤੁਹਾਡੀ ਹੈ ਤੇ ਰਜਿਸਟਰੀ ਮੈਂ ਤੁਹਾਡੀ ਥਾਂ ਤੇ ਖੜ ਕੇ ਕਰਾਇਆ ਮੈਂ ਤੇ ਮੇਰੇ ਤੇ ਪਰਚਾ ਦਰਜ ਹੋਊ ਕਿ ਨਹੀਂ ਹੋਊ? ਹੂ ਬਹੂ ਇਹੀ ਕਹਾਣੀ ਹੈ। ਜ਼ਮੀਨ ਐਸਜੀਪੀਸੀ ਦੀ ਹੈ, ਟਰਸਟ ਨਾਲ ਝਗੜਾ ਚੱਲਦਾ, ਮਾਨਯੋਗ ਹਾਈ ਕੋਰਟ ਦੇ ਵਿੱਚ ਉਹ ਸਟੇਟਸ ਕੋ ਹੋਇਆ ਤੇ ਫਿਰ ਉਹ ਸਟੇ ਵੀ ਉਸ ਟਰਸਟ ਨੇ ਹੀ ਲਿਆ, ਆਪ ਹੀ ਸਟੇ ਲੈ ਕੇ ਤੇ ਆਪ ਹੀ ਰਜਿਸਟਰੀ ਕਰਾਤੀ। ਇਦੋਂ ਵੱਡਾ ਕ੍ਰਾਈਮ ਕੀ ਹੋਊਗਾ? ਪਹਿਲੀ ਗੱਲ। ਦੂਜੀ ਗੱਲ ਇਹ ਹੈਗੀ ਹੈ ਕਿ ਮੰਨ ਲਓ ਐਸਜੀਪੀਸੀ ਤੋਂ ਜ਼ਮੀਨ ਦੀ ਲੋੜ ਹੈਗੀ ਹੈ, ਕੋਈ ਇਤਰਾਜ਼ ਨਹੀਂ, ਐਸਜੀਪੀਸੀ ਨੇ ਆਪ ਮੈਡੀਕਲ ਹਸਪਤਾਲ ਚਲਾ ਰੱਖੇ ਹੈ, ਵਿਦਿਅਕ ਅਦਾਰੇ ਚਲਾ ਰੱਖੇ ਹੈ, ਤੇ ਮੁੱਖ ਮੰਤਰੀ ਸਾਹਿਬ ਚਿੱਠੀ ਲਿਖਣ ਐਸਜੀਪੀਸੀ ਨੂੰ ਕਿ ਤੁਹਾਡੀ ਆ ਜ਼ਮੀਨ ਚਾਹੀਦੀ ਹੈ ਜੀ ਮੈਡੀਕਲ ਹਸਪਤਾਲ ਬਣਾਉਣ ਲਈ, ਤੁਸੀਂ ਸਾਨੂੰ 100 ਸਾਲ ਲਈ ਜਾਂ 200 ਸਾਲ ਲਈ 1 ਰੁਪਿਆ ਲੀਜ਼ ਤੇ ਦੇ ਦਿਓ, ਗੱਲ ਮੁੱਕ ਗਈ। ਇਹ ਮਾਲਕੀ ਤਾਂ ਐਸਜੀਪੀਸੀ ਦੀ ਰਵੇ ਨਾ। ਹੁਣ ਇਹ 16 ਏਕੜ ਦੀ ਰਜਿਸਟਰੀ ਜਿਹੜੀ ਕਰਾਤੀ ਹੈ ਸਰਕਾਰ ਦੇ ਨਾਂ ਤੇ, ਜਦੋਂ ਇਹ 16 ਦੀ ਕਰਾਤੀ ਤੇ 180 ਏਕੜ ਟੋਟਲ ਸੀ, ਜਦੋਂ 16 ਇਹ ਨਿਕਲ ਗਏ ਤੇ 164 ਵੀ ਉਹ ਕਰਾ ਦੇਣਗੇ। ਫਿਰ ਉਹ ਗੁਰੂ ਘਰ ਦੀ ਜਿਹੜੀ ਜ਼ਮੀਨ ਹੈ ਉਹ ਜਦੋਂ ਹੜੱਪੀ ਜਾਊਗੀ ਫਿਰ ਮੁੱਖ ਮੰਤਰੀ ਸਾਹਿਬ ਕਿੱਥੋਂ ਪੂਰੀ ਕਰਨਗੇ? ਇਹ ਵੀ ਉੱਥੇ ਦੇ ਲੋਕਾਂ ਦਾ ਕਹਿਣਾ ਵੀ ਟਾਰਗੇਟ ਇਹ ਉਹ ਆ ਵੀ ਇਹ ਜ਼ਮੀਨ ਦਿੱਤੀ ਤੇ ਉਹ ਬਾਕੀ ਦੀ ਗ੍ਰੈਬ ਕਰਨੀ ਹੈ। ਆਹ ਹੈ ਅਸਲੀ ਗੱਲ। ਨਾਲ ਹੀ ਉੱਥੇ 55 ਏਕੜ ਸਰਕਾਰ ਦੀ ਜ਼ਮੀਨ ਪਈ ਹੈ, ਉੱਥੇ ਕਿਉਂ ਨਹੀਂ ਬਣ ਸਕਦੀ? 55-60 ਲੱਖ ਰੁਪਈਆ ਇਹਨਾਂ ਨੇ ਮੁਆਵਜ਼ਾ ਦਿੱਤਾ, ਸਾਰਾ ਹੀ ਜਿਹੜਾ ਸੜਕ ਬਣ ਰਹੀ ਹੈ ਸੰਗਰੂਰ ਦੇ ਵਿੱਚੋਂ ਦੀ। ਸਾਡੇ ਵੇਲੇ ਤਾਂ 1.5 ਕਰੋੜ ਰੁਪਈਆ ਅਸੀਂ ਦਿੱਤਾ ਸੀ ਉਸੇ ਸੜਕ ਨੂੰ ਜਿੱਥੋਂ ਦੀ ਕ੍ਰੋਸ ਕਰਨਾ ਹੈ, ਇਹਨਾਂ ਨੇ 55-60 ਲੱਖ ਹੀ ਦਿੱਤਾ ਹੈ। ਤੇ ਕਰੋੜ ਰੁਪਈਏ ਦੇ ਵਿੱਚ ਵੀ ਤਾਂ ਜ਼ਮੀਨ ਮਿਲ ਹੀ ਸਕਦੀ ਹੈ। 25 ਏਕੜ ਦਾ ਕਿੰਨਾ ਬਣਿਆ? 25 ਕਰੋੜ। ਜੇ 460 ਕਰੋੜ ਦਾ ਪ੍ਰੋਜੈਕਟ ਹੈ ਤੇ ਉਹ 485 ਕਰੋੜ ਦਾ ਹੋ ਜੂ ਤੇ ਸਰਕਾਰ ਨੂੰ ਕੀ ਫਰਕ ਪਊਗਾ? ਕੋਈ ਪੈਂਦਾ ਫਰਕ? ਇਸ ਕਰਕੇ ਇਹ ਜਾਣਬੁੱਝ ਕੇ ਵਜਿੱਦ ਹੈਗੇ ਆ ਤੇ ਉਹ ਟਰਸਟ ਦੇ ਬੰਦਿਆਂ ਨਾਲ ਰਲ ਕੇ ਉਹਨਾਂ ਨੂੰ ਜ਼ਮੀਨ ਜਿਹੜੀ ਐਸਜੀਪੀਸੀ ਦੀ ਉਹ ਖੁਰਦ-ਬੁਰਦ ਕਰਾਉਣੀ ਚਾਹੁੰਦੀ ਹੈ। ਮਾੜੀ ਗੱਲ ਹੈ, ਨਹੀਂ ਕਰਨੀ ਚਾਹੁੰਦੀ। ਮੈਂ ਥੋੜੀ ਜਿਹੀ ਡਿਟੇਲ 'ਚ ਦੱਸ ਦਿਆਂ। 1964 ਦੇ ਵਿੱਚ ਨੋਟੀਫਿਕੇਸ਼ਨ ਨੰਬਰ 1400 ਜਿਹੜਾ ਸੀਗਾ ਉਹ ਜਾਰੀ ਹੋਇਆ ਕਿ ਇਹ ਐਸਜੀਪੀਸੀ ਨੂੰ ਜ਼ਮੀਨ ਜਿਹੜੀ ਹੈ ਚਲੀ ਗਈ, ਮੁੱਕ ਗਈ ਗੱਲ। ਉਸ ਦੇ ਅਗੇਂਸਟ ਲੋਕਲ ਬੰਦੇ ਟ੍ਰਿਬਿਊਨਲ 'ਚ ਚਲੇ ਗਏ ਤੇ ਟ੍ਰਿਬਿਊਨਲ ਨੇ ਵੀ ਜਿਹੜਾ ਸੀਗਾ 66 'ਚ ਫੈਸਲਾ ਕਰਤਾ। ਟ੍ਰਿਬਿਊਨਲ ਦੇ ਫੈਸਲੇ ਦੇ ਖਿਲਾਫ 73 ਦੇ ਵਿੱਚ, 66 ਤੋਂ ਬਾਅਦ ਵੇਖੋ ਤੁਸੀਂ 73 ਦੇ ਵਿੱਚ ਗਏ, 73 ਦੇ ਵਿੱਚ ਮਾਨਯੋਗ ਹਾਈ ਕੋਰਟ ਚਲੇ ਗਏ, ਜਿਹੜੇ ਸੀਗੇ ਉਹ ਟਰਸਟ ਦੇ ਬਣੇ ਹੋਏ ਮੈਂਬਰ ਹੈ, ਉਹ ਵੀ ਰੱਦ ਹੋ ਗਿਆ। ਫਿਰ ਨੋਟੀਫਿਕੇਸ਼ਨ ਦੁਬਾਰੇ ਸਰਕਾਰ ਦੇ ਨੇ ਐਸਜੀਪੀਸੀ ਦੇ ਹੱਕ 'ਚ ਕਰਤਾ। ਫਿਰ ਦੁਬਾਰਾ ਜਿਹੜਾ ਸੀਗਾ ਉਹ ਟ੍ਰਿਬਿਊਨਲ ਕੋਲੇ ਚਲੇ ਗਏ, ਟ੍ਰਿਬਿਊਨਲ ਨੇ ਫਿਰ ਉਹਨਾਂ ਦੀ ਅਪੀਲ ਖਾਰਜ ਕਰਤੀ। ਜਦੋਂ ਦੁਬਾਰਾ ਖਾਰਜ ਕੀਤੀ ਤੇ 1986 ਦੇ ਵਿੱਚ ਆ ਕੇ ਟਰਸਟ ਨੇ ਫਿਰ ਹਾਈ ਕੋਰਟ ਤੋਂ ਸਟੇ ਲੈ ਲਿਆ। ਜਿਹੜਾ ਹਾਈ ਕੋਰਟ ਤੋਂ 1986 ਦੇ ਵਿੱਚ ਸਟੇ ਲਿਆ, ਜਿਹਦੀ ਉਲੰਘਣਾ ਖੁਦ ਟਰਸਟ ਨੇ ਕੀਤੀ ਹੈ, ਉਹ ਖੁਦ ਹੀ ਲਿਆ ਸੀਗਾ। ਐਸਜੀਪੀਸੀ ਨੇ ਪਾਰਟੀ ਬਣ ਕੇ ਉਹਦੇ 'ਚ ਕਹਿਤਾ ਵੀ ਠੀਕ ਹੈ, ਜਦੋਂ ਫੈਸਲਾ ਹੋਊਗਾ ਠੀਕ ਹੈ, ਇਹਦੇ 'ਚ ਸਟੇਟਸ ਕੋ ਕਰ ਦਿਓ, ਨਾ ਇਹ ਕਿਸੇ ਨੂੰ ਵੇਚ ਸਕਣ ਜਾਂ ਹਿਬਾ ਕਰ ਸਕਣ, ਦਾਨ ਕਰ ਸਕਣ, ਨਾ ਅਸੀਂ ਕਰ ਸਕੀਏ। ਸਟੇਟਸ ਕੋ ਹਾਈ ਕੋਰਟ ਨੇ ਕਰਤਾ। ਹੁਣ ਜਿੱਥੇ ਹਾਈ ਕੋਰਟ ਦਾ ਸਟੇਟਸ ਕੋ ਹੈ ਉਹਦੀ ਕੋਈ ਰਜਿਸਟਰੀ ਕਿਵੇਂ ਕਰਾ ਸਕਦਾ? ਇੱਕ ਗੱਲ। ਦੂਜੀ ਗੱਲ, ਸਾਡੀ ਗੱਲ ਛੱਡੋ, ਇੱਕ ਸਾਹਿਬ ਬਲਦੇਵ ਸਿੰਘ ਸਿਰਸਾ ਨੇ, ਉਹ ਅਕਾਲੀ ਦਲ ਦੇ ਹਰੇਕ ਮੁੱਦੇ ਨੂੰ ਉਲਟ ਉਠਾਉਂਦੇ ਹੁੰਦੇ ਆ, ਉਹਨਾਂ ਨੂੰ ਮਤਲਬ ਜਿਵੇਂ ਵੀ ਆ ਹਮੇਸ਼ਾ ਉਠਾਉਂਦੇ ਆ। ਉਹਨਾਂ ਨੇ ਵੀ ਹਾਈ ਕੋਰਟ ਜਾ ਕੇ ਅਪੀਲ ਕੀਤੀ ਇਸੇ ਕੇਸ ਦੇ ਵਿੱਚ ਪਾਰਟੀ ਬਣ ਲਈ ਕਿ ਇਹ ਜਿਹੜਾ ਇਹਨਾਂ ਨੇ ਗਲਤ ਰਜਿਸਟਰੀ ਕਰਾਈ ਹੈ, ਗੁਰਦੁਆਰਾ ਦੀ ਜ਼ਮੀਨ ਖੁਰਦ-ਬੁਰਦ ਕਰ ਰਹੇ ਆ, ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਅਸੀਂ ਤਾਂ ਚਲੋ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਤਾਂ ਮੁੱਖ ਮੰਤਰੀ ਸਾਹਿਬ ਨੇ 100 ਇਲਜ਼ਾਮ ਲਾਤੇ। ਆਹ ਬਲਦੇਵ ਸਿੰਘ ਸਿਰਸਾ ਤਾਂ ਸਾਡੇ ਹਮੇਸ਼ਾ ਖਿਲਾਫ ਖੜਦਾ ਹੈ ਤੇ ਇਹਨੇ ਵੀ ਹਾਈ ਕੋਰਟ ਜਾ ਕੇ ਕਿਹਾ ਵੀ ਗੁਰਦੁਆਰੇ ਦੀ ਜ਼ਮੀਨ ਖੁਰਦ-ਬੁਰਦ ਨਹੀਂ ਹੋਣੀ ਚਾਹੀਦੀ, ਇਹ ਤਾਂ ਫਿਰ ਬਾਕੀ ਜ਼ਮੀਨ ਵੀ ਜਾਊਗੀ। ਇਹ ਹਲੇ ਪੈਂਡਿੰਗ ਪਈ ਹੈ। ਫਿਰ ਟਰਸਟ ਵੱਲੋਂ ਜਿਹੜਾ ਸੀਗਾ ਉਲਟਾ ਹੋਰ ਕੇਸ ਪਾਤਾ ਵੀ ਅਸੀਂ ਸਰਕਾਰ ਨੂੰ ਦੇਤੀ ਹੈ, ਮਨਜ਼ੂਰ ਕੀਤੀ ਜਾਵੇ। ਐਸਜੀਪੀਸੀ ਨੇ ਫਿਰ ਵੱਡਾ ਦਿਲ ਦਿਖਾਇਆ ਔਰ ਮਤਾ ਨੰਬਰ 70 21/11/2022 ਨੂੰ, ਆਹੀ 11ਵੇਂ ਮਹੀਨੇ ਦੀ 22 ਤਰੀਕ ਨੂੰ ਮਤਾ ਪਾਤਾ ਵੀ ਅਸੀਂ ਨਹੀਂ ਚਾਹੁੰਦੇ ਕਿ ਕੋਈ ਡਿੱਕਾ ਬਣੀਏ, ਪਰ ਇਹ ਜ਼ਮੀਨ ਸਾਡੇ ਤੋਂ ਜਿੰਨੇ ਚਿਰ ਵਾਸਤੇ ਲੈਣੀ ਹੈ ਲੈ ਲਓ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਾਡੀ ਜ਼ਮੀਨ ਤਾਂ ਤੁਸੀਂ ਨਾ ਉਠਾਓ। ਸ਼੍ਰੋਮਣੀ ਕਮੇਟੀ ਨਾਲ ਲਿਖਤੀ ਗੱਲਬਾਤ ਕਰੇ, ਜਿਸ ਉਪਰੰਤ ਵਿਚਾਰ ਕੀਤੀ ਜਾਵੇਗੀ ਜੋ ਸ਼੍ਰੋਮਣੀ ਕਮੇਟੀ ਦੇ ਹੱਕ ਹਕੂਕ ਵੀ ਮਹਿਫੂਜ਼ ਰਹਿ ਸਕਣ। ਮੁੱਕਦੀ ਗੱਲ ਕਿ 180 ਏਕੜਾਂ 'ਚੋਂ ਤੁਸੀਂ 25 ਲੈਣੀ ਹੈ, ਸਾਰੀ ਐਸਜੀਪੀਸੀ ਦੀ ਲੈ ਲਓ, ਪਰ ਬਾਕੀ ਦੀ ਤਾਂ ਐਸਜੀਪੀਸੀ ਕੋਲ ਰਵੇ। ਇਹਦੇ ਨਾਲ ਤਾਂ ਉਹ ਵੀ ਸਾਰੀ ਜਾਂਦੀ ਲੱਗਣੀ ਹੈ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੇ ਕੱਲ੍ਹ ਪੰਜਾਬ ਦੀ ਲੋਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਨੰਗਾ ਚਿੱਟਾ ਝੂਠ ਬੋਲਿਆ, ਜਿਹੜਾ ਕਿ ਐਸ ਹੈ ਉਹਦੇ ਤੇ ਬੈਠ ਕੇ ਚੰਗਾ ਨਹੀਂ ਲੱਗਦਾ। 25 ਕਰੋੜ ਦੀ ਜਾਇਦਾਦ ਯਾਰ ਸਰਕਾਰ ਜਦੋਂ ਮਰਜ਼ੀ ਖਰੀਦ ਲੇ। ਫਿਰ ਨਾਲ ਸਰਕਾਰ ਦੀ ਪਈ ਹੈ ਜਿਹੜੀ ਉਲਟਾ ਮੇਨ ਰੋਡ ਤੇ ਲੱਗਦੀ ਹੈ ਤਾਂ ਪਿੱਛੇ ਹੈਗੀ ਹੈ।
ਇਸ ਕਰਕੇ ਮੇਨ ਰੋਡ ਤੇ ਜਿਹੜੀ ਲੱਗਦੀ ਹੈ ਉਹ ਉੱਥੇ ਕਿਉਂ ਨਹੀਂ ਬਣ ਸਕਦਾ। ਇਸ ਕਰਕੇ ਸਮਝੋ ਬੇਸਮਝ ਹੈ ਕਿ ਮੁੱਖ ਮੰਤਰੀ ਸਾਹਿਬ ਇਹਦੇ ਵਿੱਚ ਕਿਉਂ ਉਲਝ ਰਹੇ ਆ। ਬਹੁਤ ਸਾਰੇ ਫੈਸਲੇ ਹੁੰਦੇ ਨੇ ਬਰਾੜ ਸਾਹਿਬ, ਤੁਸੀਂ ਕਈ ਵਾਰ ਇਲਜ਼ਾਮ ਲਾਉਂਦੇ ਨਜ਼ਰ ਆਏ ਕਿ ਯੂ ਟਰਨ ਰਹਿੰਦੀ ਹੈ ਸਰਕਾਰ, ਕਿਉਂ ਲੱਗਦਾ ਕਿ ਯੂ ਟਰਨ, ਖਾਸ ਕਰਕੇ ਕੇਜਰੀਵਾਲ ਦੀ ਗੱਲ ਕਰ ਲਈਏ, ਬਹੁਤ ਸਾਰੇ ਕਿਉਂਕਿ ਆਪਰੇਟ ਤਾਂ ਕੇਜਰੀਵਾਲੇ ਕਰਦੇ ਨੇ, ਸੁਪਰੀਮੋ ਤਾਂ ਕੇਜਰੀਵਾਲ ਨੇ, ਕਿਉਂ ਲੱਗਦਾ ਯੂ ਟਰਨ? ਮਜਬੂਨ ਲੰਬਾ ਹੈ, ਜੇ ਤੁਸੀਂ ਛੇੜ ਲਿਆ ਫਿਰ ਮੈਨੂੰ ਸੁਣਨਾ ਸਾਰਾ ਪੈਣਾ, ਟੋਕਿਓ ਨਾ ਕਿਰਪਾ ਕਰਕੇ। ਸਭ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਕਿਹਾ ਮੈਂ ਸਿਆਸਤ 'ਚ ਨਹੀਂ ਆਊਂਗਾ, ਸਿਆਸਤ 'ਚ ਆ ਗਿਆ। ਫਿਰ ਕਹਿੰਦਾ ਮੈਂ ਪਾਰਟੀ ਨਹੀਂ ਬਣਾਊਂਗਾ, ਕਹਿੰਦਾ ਮੈਂ ਪਾਰਟੀ ਬਣਾ ਲਈ। ਫਿਰ ਕਹਿੰਦਾ ਬੱਚਿਆਂ ਦੀ ਕਸਮ ਖਾ ਲਈ, ਕਹਿੰਦਾ ਕਿਸੇ ਨਾਲ ਸਮਝੌਤਾ ਨਹੀਂ ਕਰੂੰਗਾ। ਫਿਰ ਕਾਂਗਰਸ ਨਾਲ ਰਲ ਕੇ ਸਰਕਾਰ ਵੀ ਬਣਾ ਲਈ ਸੀ। ਫਿਰ ਕਹਿੰਦਾ ਸੀ ਮੈਂ ਘਰ ਨਹੀਂ ਲਊਂਗਾ। ਅੱਜ ਵੱਡਾ ਬੰਗਲੇ 2 ਘਰ ਜੋੜ ਕੇ ਬਣਾਈ ਬੈਠਾ, 9-10 ਕਰੋੜ ਕੇ ਕਿੰਨੇ ਇੱਕ ਸਾਲ ਆਇਆ ਸੀ ਸਾਹਮਣੇ ਆਰਟੀਆਈ ਕਿ ਉਹਦੇ 'ਚ ਪਤਾ ਨਹੀਂ ਕੀ ਬਣਾ ਕੇ ਖਰਚਾ ਹੀ ਕਰ ਲਿਆ ਉਹਨੂੰ ਰਿਪੇਅਰ ਕਰਨ ਤੇ। ਫਿਰ ਕਹਿੰਦਾ ਸੀ ਮੈਂ ਤਨਖਾਹ ਨਹੀਂ ਲਊਂਗਾ, ਤੇ ਉਹ ਤੁਹਾਡੇ ਸਾਹਮਣੇ ਤਨਖਾਹ ਵੀ ਲਈ ਜਾਂਦੇ ਆ। ਫਿਰ ਕਹਿੰਦਾ ਸੀ ਮੈਂ ਗੱਡੀ ਨਹੀਂ ਲਊਂਗਾ, ਮੈਂ ਤਾਂ ਆ ਜਿਹੜੀ ਚੱਲਦੀ ਆ ਉੱਥੇ ਮੈਟਰੋ ਚੱਲਦੀ ਆ ਉਹਦੇ ਤੇ ਜਾਇਆ ਕਰੂੰਗਾ। ਹੁਣ ਗੱਡੀਆਂ ਦੇ ਹੂਟਰ ਅੱਗੇ ਪਿੱਛੇ ਤੁਸੀਂ ਵੱਜਦੇ ਦੇਖਦੇ ਹੋ, ਜਿਹਦੇ ਚੋਂ ਚੌਂ ਚੌਂ ਕਿਹੜੀ ਆਵਾਜ਼ ਆਉਂਦੀ ਹੈ ਉਹ ਮੁੱਖ ਮੰਤਰੀ ਸਾਹਿਬ ਦੱਸਦੇ ਆ ਜ਼ਿਆਦਾਤਰ। ਤੇ ਗਨਮੈਨ ਕਹਿੰਦੇ ਸੀ ਨਹੀਂ ਲਵਾਂਗੇ। ਆਰਟੀਆਈ ਰਾਹੀਂ ਖੁਲਾਸਾ ਹੋਇਆ, ਭਾਵੇਂ ਉਹ ਪੰਜਾਬ ਵਾਲੇ ਵੀ ਦਿੱਲੀ ਡਿਊਟੀ ਕਰਦੇ ਫਿਰਦੇ ਆ, ਔਰ ਪੰਜਾਬ ਵਾਲਿਆਂ ਨੇ ਗੱਡੀਆਂ ਗਨਮੈਨ ਸਾਰਾ ਕੁਝ ਹੀ ਵਧਾ ਲਿਆ। ਪਹਿਲਾਂ ਇੱਕ ਕੋਠੀ ਹੁੰਦੀ ਸੀ, 4-4 5-5 ਕਰ ਲਈਆਂ। ਇਸ ਕਰਕੇ ਹਰ ਗੱਲ ਤੇ ਯੂ ਟਰਨ ਹੈ। ਫਿਰ ਜਦੋਂ ਲਿਖਤੀ ਇੱਕ ਪਾਵਰ ਆਫ ਅਟਾਰਨੀ ਦੇਣ ਲੱਗੇ ਸੀ ਦਿੱਲੀ ਸਰਕਾਰ ਨੂੰ, ਤੁਹਾਡੇ ਵਰਗੇ ਕਿਸੇ ਸੱਜਣ ਨੇ ਵਿੱਚੋਂ ਹੀ ਲੀਕ ਕਰਤਾ, ਉਹ 7 ਪੇਜ ਦਾ ਪਾਵਰ ਆਫ ਅਟਾਰਨੀ ਸੀ। ਜਦੋਂ ਲੀਕ ਕਰਤਾ ਤੇ ਫਿਰ ਬਹੁਤ ਖਿਲੀ ਉੱਡੀ ਜਦੋਂ ਪੰਜਾਬ ਸਰਕਾਰ ਦੀ। ਫਿਰ ਮੁਖਤਿਆਰਨਾਮਾ ਖਾਸ ਦੇਤਾ, ਆਮ ਦੀ ਥਾਂ ਤੇ ਆਮ 'ਚ ਤਾਂ ਹੁੰਦਾ ਨਾ ਜੋ ਮਰਜ਼ੀ ਵੇਚੇ ਵੱਟੇ, ਫਿਰ ਖਾਸ ਦੇਤਾ। ਫਿਰ ਉਹਦੇ 'ਚ ਥੋੜ੍ਹੇ ਜਿਹੇ ਪੁਆਇੰਟ ਘੱਟ ਕਰ ਲਏ, ਪਰ ਮੁਖਤਿਆਰਨਾਮਾ ਤਾਂ ਦੇ ਹੀ ਦਿੱਤਾ ਨਾ। ਇੱਕ ਦਿਨ ਆਰਡਰ ਕਰਤਾ ਕਿ ਰੇਹੜੀਆਂ ਹੀ ਬੰਦ ਕਰਾਉਣੀਆਂ ਮੋਟਰਸਾਈਕਲ ਵਾਲੀਆਂ। ਜਦੋਂ ਉਹਨਾਂ ਨੇ ਸ਼ਾਮ ਤੱਕ ਚੌਂਕ ਬੰਦ ਕਰਤੇ ਸਾਰੇ, ਫਿਰ ਸ਼ਾਮ ਨੂੰ ਹੀ ਵਾਪਸ ਲੈ ਲਿਆ। ਗਨਮੈਨ ਕਹਿੰਦੇ ਅਸੀਂ ਵਾਪਸ ਲੈ ਲਏ ਤੇ ਫੇਸਬੁੱਕ ਪੇਜਾਂ ਤੇ ਪਾਤਾ, ਜਿਹਦੇ ਕਰਕੇ ਸਿੱਧੂ ਵੀ ਮਾਰਿਆ ਗਿਆ। ਜਦੋਂ ਹਾਈ ਕੋਰਟ ਨੇ ਝਾੜ ਮਾਰੀ, ਕਹਿੰਦੇ ਨਹੀਂ ਜੀ ਅਸੀਂ ਤਾਂ ਥੋੜੇ ਦਿਨਾਂ ਲਈ ਲਏ ਸੀ, ਅਸੀਂ ਵਾਪਸ ਕਰ ਦਿੰਦੇ ਹਾਂ, ਇਹਦੇ ਤੋਂ ਵੀ ਵਾਪਸ। ਨੀਂਹ ਪੱਥਰ ਕਹਿੰਦੇ ਸੀ ਅਸੀਂ ਰੱਖਾਂਗੇ ਹੀ ਨਹੀਂ, ਤੇ ਹੁਣ ਇਹਨਾਂ ਦੇ ਐਮਐਲਏ ਵੀ ਰੱਖੀ ਜਾਂਦੇ ਆ, ਤੇ ਬਿਨਾਂ ਐਮਐਲਏ ਤੋਂ ਵੀ ਕਈ ਰੱਖੀ ਜਾਂਦੇ ਆ, ਉਹ ਵੀ ਫੋਟੋਆਂ ਬਥੇਰੀਆਂ ਤੁਰੀਆਂ ਫਿਰਦੀਆਂ। ਫਿਰ ਜਦੋਂ ਸਾਡਾ ਵੇਲਾ ਸੀ ਉਦੋਂ ਕਹਿੰਦੇ ਸੀ ਜੀ ਪਰਾਲੀ ਦਾ ਤਾਂ ਧੂੰਆਂ ਦਿੱਲੀ ਆਉਂਦਾ। ਐਤਕੀ ਇੱਕ ਵਾਪਰਿਆ ਕਿ ਦਿੱਲੀ ਧੂੰਆਂ ਨਹੀਂ ਗਿਆ, ਪਤਾ ਨਹੀਂ ਕਿੱਥੇ ਕੰਧ ਕੱਢੀ ਹੈ। ਨਾਲ ਕਹਿੰਦੇ ਸੀ ਵੀ ਇਹ ਤਾਂ ਘੋਲ ਆ ਗਿਆ ਸਾਡੇ ਕੋਲੇ, ਇੰਨੇ ਰੁਪਈਆਂ ਦੀ ਦਵਾਈ ਹੈ ਤੇ ਅਸੀਂ ਤਾਂ ਹੱਲ ਹੀ ਕਰ ਦੇਣਾ ਪਰਾਲੀ ਦਾ। ਉਹ ਅੱਜ ਤੱਕ ਕਿੱਧਰ ਗਿਆ ਹੱਲ? ਹੁਣ ਉਹ ਘੋਲ ਵਾਲੀਆਂ ਗੱਲਾਂ ਤੋਂ ਮੁੱਕਰ ਹੀ ਗਏ, ਹੁਣ ਹੋਰ ਪਾਸੇ ਤੁਰ ਪਏ। ਆ ਗਨ ਕਲਚਰ ਦੇ ਆਰਡਰ ਦੇ ਤੇ ਵੀ ਜਿਹਦੇ ਫੋਟੋ ਵਾਲਾ ਹੋਇਆ ਅਸੀਂ ਪਰਚਾ ਦਰਜ ਕਰ ਦਾਂਗੇ, 5 ਸਾਲ ਦੇ ਬੱਚੇ ਤੇ ਵੀ ਦਰਜ ਕਰਤਾ। ਜਦੋਂ ਸੋਸ਼ਲ ਮੀਡੀਆ 'ਚ ਤੇ ਮੀਡੀਆ 'ਚ ਰੌਲਾ ਪੈ ਗਿਆ ਫਿਰ ਵਾਪਸ ਲੈ ਲਿਆ। ਖਰਚੇ ਘੱਟ ਕਰਨ ਦਾ ਹੁਕਮ ਸੀ, ਹੁਣ ਖਰਚੇ ਘੱਟ ਤੁਸੀਂ ਦੱਸ ਦਿਓ। ਸਾਡੇ ਵੇਲੇ ਤਾਂ 70-80 ਕਰੋੜ ਰੁਪਈਆ ਬਜਟ ਹੁੰਦਾ ਸੀ ਆ ਜਿਹੜਾ ਐਡਵਰਟਾਈਜ਼ਮੈਂਟ ਦਾ, ਹੁਣ 750 ਕਰੋੜ ਰੱਖਿਆ। ਇਹ ਕਹਿੰਦੇ ਸੀ ਅਸੀਂ ਘਟਾਵਾਂਗੇ, ਕਰਜ਼ਾ ਘਟਾਵਾਂਗੇ, ਤੇ 31,000 ਕਰੋੜ ਰੁਪਈਆ 9 ਮਹੀਨਿਆਂ 'ਚ ਹੀ ਚੱਕ ਲਿਆ। ਹਲੇ ਦੀ ਤਾਂ 3 ਮਹੀਨੇ ਹੋਰ ਪਏ ਆ, ਕਿੰਨਾ ਚੱਕਣਗੇ? 54,000 ਕਰੋੜ ਕਹਿੰਦੇ ਸੀ ਨਾ ਅਸੀਂ ਰੇਤੇ ਬਜਰੀ 'ਚੋਂ ਬਚਾਵਾਂਗੇ, ਕਰਪਸ਼ਨ 'ਚੋਂ ਬਚਾਵਾਂਗੇ। ਉਹ 54,000 ਕਰੋੜ ਸਾਲ ਦਾ ਉਹ ਕਿੱਥੇ ਖਰਚਿਆ? ਉਹ ਵੀ ਕੋਈ ਹਿਸਾਬ ਨਹੀਂ ਦੇ ਰਹੇ ਵੀ ਜੇ ਤੁਸੀਂ ਬਹੁਤ ਮਹਿੰਗੀ ਹੋਈ ਪਈ ਹੈ। ਮੈਂ ਉਹੀ ਗੱਲ ਕਰ ਰਿਹਾ ਨਾ ਜੀ। ਫਿਰ ਘਰ ਘਰ ਰਾਸ਼ਨ ਪਹੁੰਚਾਉਣ ਦਾ ਆਰਡਰ ਕਰਤਾ, ਜਦੋਂ ਝਾੜ ਪਈ ਹਾਈ ਕੋਰਟ ਤੋਂ ਫਿਰ ਵਾਪਸ ਲੈ ਲਿਆ। ਆ ਮੁਫਤ ਸਫ਼ਰ ਜਿਹੜਾ ਬੀਬੀਆਂ ਨੂੰ ਦਿੱਤਾ ਸੀਗਾ ਉਹ ਵਾਪਸ ਲੈਣ ਦਾ ਆਰਡਰ ਕਰਤਾ, ਜਦੋਂ ਬੀਬੀਆਂ ਮੂਹਰੇ ਲੇਟਣ ਲੱਗ ਗਈਆਂ ਬੱਸਾਂ ਦੇ, ਸ਼ਾਮ ਨੂੰ ਹੀ ਫੇਰ ਬਹਾਲ ਕਰਤਾ। ਫਿਰ ਇੱਕ ਕਹਿੰਦੇ ਤੁਸੀਂ ਬੋਲਦੇ ਕਿਉਂ ਆ ਚੈਨਲ ਤੇ, ਜਿਵੇਂ ਮੈਂ ਆ ਹੁਣ ਬੋਲੀ ਜਾਂਦਾ, ਤੇ ਇਵੇਂ ਜਿਵੇਂ ਬੱਗਾ, ਕੁਮਾਰ ਵਿਸ਼ਵਾਸ, ਇਹਨਾਂ ਤੇ ਪਰਚਾ ਹੀ ਦਰਜ ਕਰਤਾ। ਉਹ ਇੱਕ ਉਹਨਾਂ ਦੀ ਬੀਬੀ ਸੀ, ਆਪ ਚੋਂ ਹੀ ਗਈ ਹੈ ਕਾਂਗਰਸ, ਇਹਨਾਂ ਤੇ ਪਰਚਾ ਦਰਜ ਕਰਤਾ। ਫਿਰ ਹਾਈ ਕੋਰਟ ਨੇ ਝਾੜ ਮਾਰੀ, ਫਿਰ ਚੁੱਪ ਕਰ ਗਏ। ਇਸੇ ਤਰ੍ਹਾਂ ਹੁਣ ਲਤੀਫਪੁਰ ਵਾਲੇ ਘਰ ਢਾਹਿਆਂ ਦੀ ਆਪਾਂ ਗੱਲ ਕਰ ਚੁੱਕੇ ਹਾਂ। ਪਹਿਲਾਂ ਢਾਹ ਤੇ, ਹਾਲਾਂਕਿ ਕਾਨੂੰਨ ਸਰਕਾਰ ਦਾ ਹੈਗਾ ਕਿ ਤੁਸੀਂ ਉਹਨਾਂ ਤੋਂ ਪੈਸੇ ਲੈ ਲਓ, ਕਿਸ਼ਤਾਂ 'ਚ ਲੈ ਲਓ, ਤੇ ਕਿਉਂ ਕਿਸੇ ਨੂੰ ਉਜਾੜਾ ਕਰਦੇ ਹੋ? ਤੇ ਜਦੋਂ ਉਹ ਢਾਹ ਤੇ ਫਿਰ ਜਦੋਂ ਰੌਲਾ ਬਹੁਤ ਪੈ ਗਿਆ, ਫਿਰ ਉੱਥੋਂ ਦੇ ਚੇਅਰਮੈਨ ਸਾਹਿਬ ਬੈਠ ਕੇ ਕਹਿੰਦੇ ਜੀ ਅਸੀਂ ਇਹਨਾਂ ਨੂੰ ਫਲੈਟ ਬਣਾ ਕੇ ਦੇਵਾਂਗੇ। ਵੀ ਪਹਿਲਾਂ ਢਾਹੇ ਹੀ ਕਿਉਂ ਹੈ ਜੇ ਤੁਸੀਂ ਇਹ ਦੇਣੇ ਆ? ਫਿਰ ਕਹਿੰਦੇ ਜੀ ਗੋਲਡੀ ਬਰਾੜ ਅਸੀਂ ਕੈਨੇਡਾ 'ਚ ਫੜ ਲਿਆ, ਤੇ ਉਹ ਥਾਪੀਆਂ ਮਾਰੀ ਜਾਵੇ ਲਾਈਵ ਹੋ ਕੇ, ਕਹਿੰਦਾ ਮੈਨੂੰ ਕਿਹੜੇ ਕਿਸੇ ਕੰਜਰ ਨੇ ਨਹੀਂ ਫੜਿਆ। ਫਿਰ ਉੱਥੇ ਖਿਲੀ ਉੱਡੀ। ਬੰਦੀ ਸਿੰਘਾਂ ਦੇ ਮਾਮਲੇ ਤੇ ਫਿਰ ਯੂ ਟਰਨ। ਪਹਿਲਾਂ ਕਹਿੰਦੇ ਸੀ ਵੀ ਅਸੀਂ ਛਡਾ ਦਿਆਂਗੇ, ਐਂ ਕਰ ਦਾਂਗੇ, ਹੁਣ ਦਿੱਲੀ ਤੋਂ ਦਸਤਖਤ ਹੀ ਨਹੀਂ ਕਰਦੇ। ਪਹਿਲਾਂ ਜਦੋਂ ਸੇਵਾ ਮੁਕਤ ਪਟਵਾਰੀ ਰੱਖੇ ਤੇ ਮੀਤ ਹੇਅਰ ਸਾਹਿਬ ਜਿਹੜੇ ਮੰਤਰੀ ਸਾਹਿਬ ਨੇ, ਉਹ ਜਾ ਕੇ ਉੱਥੇ ਧਰਨੇ ਤੇ ਬਹਿ ਗਏ ਵੀ ਇਹ ਤੁਸੀਂ ਰਿਟਾਇਰ ਪਟਵਾਰੀ ਕਿਉਂ ਰੱਖੇ ਆ? ਹੁਣ ਆਪ ਫੇਰ ਰੱਖ ਰਹੇ, ਸਾਰੇ ਮੁਲਾਜ਼ਮ ਹੀ ਰੱਖੀ ਜਾਂਦੇ ਰਿਟਾਇਰ ਵਾਲੇ। ਭਰਤੀਆਂ ਦੂਜੇ ਸਟੇਟਾਂ 'ਚ ਹੋਈ ਜਾਂਦੀਆਂ, ਰਾਜਸਥਾਨ ਹਰਿਆਣੇ 'ਚੋਂ ਭਰੀ ਤੁਰੇ ਜਾਂਦੇ ਹੈਗੇ। ਫਿਰ ਕਹਿੰਦੇ ਸੀ MSP ਅਸੀਂ ਲਾਗੂ ਕਰ ਦਿਆਂਗੇ 23 ਫਸਲਾਂ ਦੀ ਆਪਦੇ ਵੱਲੋਂ। ਬੀਬਾ ਗਗਨ ਅਨਮੋਲ ਦੀ ਜੇ ਤੁਸੀਂ ਉਹ ਸੁਣੋ ਨਾ ਵੀਡੀਓ, ਅਸਤੀਫਾ ਦੇਵੇ। ਉਹਨੇ ਤਾਂ ਅਸਤੀਫਾ ਨਹੀਂ ਦਿੱਤਾ, ਲੋਕਾਂ ਨੇ ਲਾ ਕੇ ਤੁਹਾਨੂੰ ਬਣਾਤਾ। ਹੁਣ ਕਿੱਥੇ ਆ ਉਹ 23 ਫਸਲਾਂ ਦੀ ਗਰੰਟੀ? ਇਹ ਕਹਿੰਦੇ ਸੀ ਕਣਕ 2500 ਨੂੰ ਵਿਕਦੀ ਹੈ ਦਿੱਲੀ ਦੇ ਵਿੱਚ, ਕਹਿੰਦੇ MSP ਤੋਂ ਵੱਧ ਵਿਕਦੀ ਹੈ, ਤੇ ਫਿਰ ਇੱਥੇ ਕਣਕ 2000 ਨੂੰ ਕਿਉਂ ਖਰੀਦੀ ਗਈ?
ਇਹ ਇਸ ਕਰਕੇ ਹਰ ਗੱਲ ਦਾ ਹੋ ਹੱਲਾ ਮਚਾਉਣਾ ਤੇ ਯੂ ਟਰਨ ਲੈਣਾ। ਕਿਉਂ ਲੈਣ ਦਾ ਲੱਗਦਾ ਬਿਊਰੋਕ੍ਰੇਸੀ ਹੈਵੀ ਹੋਈ ਹੈ ਵੀ ਪਹਿਲਾਂ ਆਪ ਫੈਸਲੇ ਲੈਂਦੇ ਆ ਜਾਂ ਐਕਸਪੀਰੀਅੰਸ ਦਾ ਘੱਟ ਹੈ? ਨਾ ਕੁਛ ਨਹੀਂ, ਇਹਨਾਂ ਨੂੰ ਇੱਕ ਪਤਾ ਲੱਗਿਆ ਕਿ ਝੂਠ ਬੋਲੋ ਜਿੰਨੇ ਜ਼ੋਰ ਨਾਲ ਬੋਲੀਦਾ, ਤੇ ਜਦੋਂ ਨੂੰ ਉਹ ਗੱਲ ਦੇਣ ਦਾ ਮੌਕਾ ਉਦੋਂ ਉਹਨੂੰ ਵੱਡਾ ਹੋਰ ਝੂਠ ਬੋਲ ਦੋ। ਉਹ ਗੱਲ ਲੋਕ ਭੁੱਲ ਕੇ ਦੂਜੇ ਪਾਸੇ ਨੂੰ ਚੱਲ ਪੈਂਦੇ ਆ ਤੇ ਕਿ ਨਹੀਂ ਯਾਰ ਕੋਈ ਨਹੀਂ। ਹੁਣ ਇੱਕ ਡਾਇਲੌਗ ਫੜਿਆ, 70 ਸਾਲਾਂ 'ਚ ਆਹ ਮਾੜਾ ਹੋਇਆ ਜੀ, 70 ਸਾਲਾਂ 'ਚ ਆਹ ਮਾੜਾ ਹੋਇਆ ਜੀ। ਉਹ ਭਾਈ ਤੁਸੀਂ ਖੁਦ ਕਿਹਾ ਸੀ ਕਿ ਮਹੀਨੇ ਦੇ ਵਿੱਚ ਅਸੀਂ ਰੇਤ ਬਜਰੀ ਜਿਹੜੀ ਹੈਗੀ ਹੈ ਉਹ ਅਸੀਂ ਸਸਤੀ ਕਰ ਦਿਆਂਗੇ। ਸਾਡੇ ਵੇਲੇ ਤਾਂ 13-14 ਰੁਪਏ ਤੱਕ ਵੱਧ ਤੋਂ ਵੱਧ ਗਈ ਸੀ, 8-7 ਰੁਪਏ ਆਮ ਮਿਲਦੀ ਰਹੀ, ਤੇ ਉਦੋਂ ਤਾਂ ਕਾਂਗਰਸੀ ਰੇਹੜੀਆਂ ਤੇ ਰੇਤਾ ਵੇਚਦੇ ਸੀ, ਇਹੀ ਆਪ ਵਾਲੇ ਵੇਚਦੇ ਸੀ। ਅੱਜ ਮੰਤਰੀ ਨੇ ਰੇਟ 28 ਤੋਂ 32 ਰੁਪਏ ਦੱਸਤਾ, ਜਦੋਂ ਲੋਕਾਂ ਕੋਲੇ ਪਹੁੰਚਦਾ ਉਹ 50 ਰੁਪਏ ਪਹੁੰਚਦਾ। ਫਿਰ ਸਾਡੇ ਵਾਲਾ ਵੇਲਾ ਮਾਫੀਆ ਸੀ ਕਿ ਹੁਣ ਵਾਲਿਆਂ ਦਾ ਮਾਫੀਆ? ਇਹ ਤਾਂ ਲੋਕ ਹੀ ਡਿਸਾਈਡ ਕਰਨਾ। ਹੁਣ ਇਸੇ ਤਰ੍ਹਾਂ ਕਹਿੰਦੇ ਸੀ ਨਸ਼ਾ ਅਸੀਂ ਖਤਮ ਕਰ ਦਾਂਗੇ, ਨਸ਼ੇ ਨਾਲ ਅੱਜ ਉਲਟਾ ਸੈਂਕੜੇ ਮੌਤਾਂ ਹੋਰ ਹੋ ਰਹੀਆਂ। ਅਸੀਂ ਨਹੀਂ ਕਹਿ ਰਹੇ, ਇਹਨਾਂ ਦੇ MLA ਕਹਿ ਰਹੇ ਕਿ ਨਸ਼ਾ ਵੱਧ ਗਿਆ, ਤੇ ਫਿਰ ਕੌਣ ਮੁਕਾਉਂਦਾ? ਹੁਣ ਤਾਂ ਫਿਰ ਅਸੀਂ ਤਾਂ ਬਾਹਰ ਹਾਂ ਪਾਵਰ 'ਚੋਂ। ਇਸ ਕਰਕੇ ਸਰਕਾਰ ਤੋਂ ਬਾਹਰ ਦੂਸ਼ਣਬਾਜ਼ੀਆਂ ਲਾਉਣੀਆਂ ਜਾਂ ਗੱਲਾਂ ਕਰਨੀਆਂ ਹੋਰ ਹੈ, ਜਦੋਂ ਸਰਕਾਰ 'ਚ ਆ ਗਏ ਆ ਉਦੋਂ ਗੱਲਾਂ ਹੋਰ ਹੈ। ਇਹ ਨਹੀਂ ਕਰਨਾ ਚਾਹੀਦਾ। ਲੋਕਾਂ ਨੇ ਬਹੁਤ ਵੱਡਾ ਮੌਕਾ ਦਿੱਤਾ ਹੈ, ਔਰ ਮੌਕੇ ਕਦੇ ਵਾਰੀ-ਵਾਰੀ ਨਹੀਂ ਮਿਲਦੇ। ਇਹਦੇ ਲਈ ਸਿਸਟਮ, ਜਿਵੇਂ ਸੇਵਾ ਕੇਂਦਰ ਅਸੀਂ ਸ਼ੁਰੂ ਕੀਤੇ ਸੀ, ਉਹਦੇ ਨਾਲ ਇੱਕ ਸਿਸਟਮ ਬਣ ਗਿਆ ਸੀ ਕਿ ਕਿਹੜੇ ਬੰਦੇ ਨੇ ਕਿੰਨੇ ਘੰਟਿਆਂ 'ਚ ਕੀ ਕੰਮ ਹੋਣਾ, ਉਹ ਤੋੜਤਾ ਸਾਰਾ। ਜਿਹੜਾ ਰਾਈਟ ਟੂ ਸਰਵਿਸ, ਰਾਈਟ ਟੂ ਸਰਵਿਸ ਐਕਟ ਅਸੀਂ ਲਿਆਂਦਾ ਸੀ, ਦੇਸ਼ 'ਚ ਪਹਿਲਾ ਸੂਬਾ ਸੀ। ਜਿਹੜੇ ਬੰਦਾ ਕੋਈ ਕੰਮ ਨਹੀਂ ਕਰੂਗਾ ਤੇ ਉਹਨੂੰ ਬਣਦੀ ਸਜ਼ਾ ਦਿੱਤੀ ਜਾਂਦੀ, ਇਹਨਾਂ ਨੇ ਉਹ ਵੀ ਲਾਗੂ ਕਰਨ ਤੋਂ ਭੱਜ ਗਏ। ਇਸ ਕਰਕੇ ਇਹ ਗੱਲਾਂ, ਮੇਰੀ ਇੱਕ ਬੇਨਤੀ ਹੈ ਕਿ ਗੱਲਾਂ ਨਾਲ ਗੱਲ ਨਹੀਂ ਬਣਨੀ, ਗੱਲ ਤਾਂ ਕੰਮ ਕਰੇ ਤੋਂ ਬਣਨੀ ਹੈ, ਔਰ ਕੰਮ ਘੰਟਿਆਂ ਬੱਧੀ ਸਿਰ ਜੋੜ ਕੇ ਕਰਨਾ ਪੈਂਦਾ। ਜੇ ਬਿਊਰੋਕਰੇਟ ਤੋਂ ਕੰਮ ਕਰਾਉਣਾ ਤੇ ਉਹਦੇ ਲਈ ਬਿਊਰੋਕਰੇਟ ਨਾਲ ਬੈਠਣਾ ਪੈਂਦਾ, ਡਿਸਕਸ ਕਰਨਾ ਪੈਂਦਾ। ਹਾਂ, ਚੋਰ ਮੋਰੀਆਂ ਬੰਦ ਕਰ ਦਿਓ, ਕਰਨੀਆਂ ਚਾਹੀਦੀਆਂ। ਜੇ ਕੋਈ ਪਿੱਛੇ ਗਲਤ ਹੋਇਆ ਉਹਨੂੰ ਪੜਤਾਲ ਕਰੋ, ਪਰ ਐਵੇਂ ਕੱਲੀ ਪਿਛਲਿਆਂ ਦੀ ਬਦਨਾਮੀ ਕਰਨ ਲਈ ਨਾ ਕਰੋ ਵੀ ਆਹ ਦੇਖੋ ਜੀ ਹੁਣ ਹੋਰ ਤਾਂ ਕੋਈ ਕੰਮ ਅਸਾਂ ਕਰ ਨਹੀਂ ਸਕਦੇ ਤੇ ਇਕੱਲਾ ਬਦਨਾਮੀ। ਬਦਲਾ, ਹੁਣ ਤੁਸੀਂ ਇਹੀ ਗੱਲ ਕਰ ਰਹੇ ਹੋ ਵੀ ਬਦਲਾਖੋਰੀ ਇਹ ਕਿ ਅਸੀਂ ਨਹੀਂ ਕਰਾਂਗੇ, ਕੰਮ ਕਰਾਂਗੇ, ਪਰ ਹੁਣ ਇਲਜ਼ਾਮ ਇਹੀ ਲੱਗ ਰਹੇ ਨੇ। ਚਰਨਜੀਤ ਚੰਨੀ ਆਏ ਨੇ, ਉਹ ਵੀ ਇਹੀ ਇਲਜ਼ਾਮ ਲਾ ਰਹੇ ਨੇ ਵੀ ਮੇਰੇ ਉੱਤੇ ਖਿਲਾਫ ਸਬੂਤ ਕੱਢੇ ਜਾ ਰਹੇ ਨੇ। ਪਿਛਲੇ ਵੀ ਬਾਕੀ ਸਾਰੇ ਇਹੀ ਗੱਲ ਕਰ ਰਹੇ ਨੇ ਕਿ ਸਾਡੇ ਉੱਤੇ ਖਿਲਾਫ ਸਬੂਤ ਕੱਢ ਕੇ ਕੇਵਲ ਉਹੀ ਵੈਂਡੇਟਾ ਪੋਲਿਟਿਕਸ ਵਾਲਾ ਹੋ ਰਿਹਾ, ਹੋਰ ਕੁਝ ਨਹੀਂ ਹੋ ਰਿਹਾ। ਦੇਖੋ, ਚੰਨੀ ਸਾਹਿਬ ਦੇ ਤਾਂ 10 ਕਰੋੜ ਘਰੋਂ ਵੀ ਫੜਿਆ ਗਿਆ ਸੀ ਇਹਨਾਂ ਦੇ ਭਾਣਜੇ ਤੋਂ, ਔਰ 100 ਕਰੋੜ ਰੁਪਏ ਦੇ ਲੈਣ ਦੇਣ ਦੀ ਡੈਰੀ ਵੀ ਫੜੀ ਗਈ ਸੀ। ਉਹ ਤੁਹਾਡੇ ਕੋਲੇ ਸਾਰਾ ਕੁਝ ਸਾਹਮਣੇ ਹੈ। ਜੇ ਉਹਨਾਂ ਨੇ ਕਰਪਸ਼ਨ ਕੀਤੀ ਹੈ ਤੇ ਮੈਂ ਕੋਈ ਉਹਨਾਂ ਨੂੰ ਬਰੀ ਨਹੀਂ ਕਰਾਉਣਾ ਚਾਹੁੰਦਾ, ਪਰ ਆਹ ਜਿਹੜਾ ਕੰਮ ਕਹਿੰਦੇ ਆ ਕਿ ਆ ਜੀ ਇੰਨੇ ਦੀ ਸੂਪ ਹੈ, ਇੰਨੇ ਦੀ ਪਲੇਟ ਹੈ, ਤੇ ਇਹ ਤਾਂ ਹੁਣ ਵਾਲੀ ਸਰਕਾਰ 'ਚ ਵੀ ਚੱਲੀ ਜਾਂਦਾ ਹੋਣਾ ਹੈ। ਜਦੋਂ ਮੌਕਾ ਆਊਗਾ ਪਤਾ ਲੱਗ ਜਾਊਗਾ। ਸਹੁੰ ਚੁੱਕ ਸਮਾਗਮ 'ਤੇ ਕਿਵੇਂ ਖਰਚਾ ਹੋਇਆ ਸੀ, ਉੱਥੋਂ ਵੀ ਤਾਂ ਇੱਥੇ ਹੀ ਪਲੇਟਾਂ ਇੱਥੋਂ ਹੀ ਗਈਆਂ ਸੀਗੀਆਂ। ਇਸੇ ਤਰ੍ਹਾਂ ਜਿਹੜਾ ਹੈਗਾ ਜਲੰਧਰ 'ਚ ਇੱਕ ਵਾਰੀ ਕੇਜਰੀਵਾਲ ਸਾਹਿਬ ਆਏ ਸੀ 3 ਜਾਂ 4 ਘੰਟਿਆਂ ਲਈ, ਉੱਥੇ ਵੀ ਕਹਿੰਦੇ ਪਤਾ ਨਹੀਂ 4-5 ਲੱਖ ਦਾ, ਕਿੰਨੇ ਲੱਖ ਦਾ ਕਮਰਿਆਂ ਦਾ ਖਰਚਾ ਹੋ ਗਿਆ ਸੀ, ਕਿੰਨੇ ਲੱਖ ਦਾ ਕੀ ਹੋ ਗਿਆ ਸੀ। ਇਸ ਕਰਕੇ ਇਹਨਾਂ ਚੀਜ਼ਾਂ ਲਈ ਸਿਸਟਮ ਬਣਾਉਣਾ ਪੈਣਾ ਕਿ ਕੋਈ ਮੰਤਰੀ ਜਾਂ ਮੁੱਖ ਮੰਤਰੀ ਜਾਂ ਕਿਸੇ ਦੀ ਹੌਸਪਿਟੈਲਿਟੀ, ਭਾਵੇਂ ਕੋਈ ਸਟੇਟ ਗੈਸਟ ਵੀ ਹੈਗਾ, ਅਸੀਂ ਸਰਕਾਰੀ ਰੈਸਟ ਹਾਊਸ ਤੋਂ ਬਿਨਾਂ ਕਿਤੇ ਠਹਿਰਨ ਨਹੀਂ ਦੇ ਸਕਦੇ। ਇਹਨਾਂ ਨੇ ਹੁਣ ਆਰਡਰ ਤਾਂ ਕੀਤਾ ਹੈ, ਚੰਗੀ ਗੱਲ ਹੈ। ਇਹਦੇ ਲਈ ਸਾਨੂੰ ਸਿਸਟਮ ਹੀ ਬਦਲਣੇ ਪੈਣੇ ਆ ਨਾ। ਜੇ ਤੁਹਾਡੇ ਕੋਲ ਜੇ ਕਾਨੂੰਨ ਅਲਾਓ ਕਰਦਾ ਹੈ ਕਿ ਤੁਸੀਂ ਬਾਹਰੋਂ ਖਾਣਾ ਮੰਗਾ ਸਕਦੇ ਹੋ, ਤਾਂ ਫਿਰ ਉਹ ਗਲਤ ਕਿਉਂ ਹੋਊਗਾ? ਪਰ ਇਹ ਮੈਂ ਸਮਝਦਾ ਕਿ ਇਹ ਲੁੱਟ ਜਿਹੜੀ ਹੈ, ਭਾਵੇਂ ਖਾਣਿਆਂ ਰਾਹੀਂ ਹੁੰਦੀ ਹੋਵੇ, ਭਾਵੇਂ ਫੰਕਸ਼ਨਾਂ ਰਾਹੀਂ ਹੁੰਦੀ ਹੋਵੇ, ਇਹ ਬਿਲਕੁਲ 100% ਬੰਦ ਕਰਨੀ ਚਾਹੀਦੀ ਹੈ। ਮੈਂ ਸਹਿਮਤ ਹਾਂ ਇਸ ਗੱਲ ਨਾਲ। ਅੱਛਾ, ਜਦ ਜਾਂਦੇ ਇੱਕ ਨਵਜੋਤ ਸਿੰਘ ਸਿੱਧੂ ਬਾਰੇ ਵੀ ਜ਼ਿਕਰ ਕਰ ਲੈਂਦੇ ਆ। ਬਾਹਰ ਆ ਰਹੇ ਨੇ 26 ਜਨਵਰੀ ਨੂੰ, ਉਮੀਦਾਂ ਪੂਰੀਆਂ ਨੇ, ਲੱਗਦਾ ਕੋਈ ਧਮਾਕਾ ਹੋਵੇਗਾ ਜਾਂ ਫਿਰ ਜਿਹੜਾ ਆ ਕੁਛ ਨਾ ਕੁਛ ਇੱਦਾਂ ਹੀ ਰਹਿ ਜਾਏਗਾ? ਦੇਖੋ, ਹਲੇ ਉਹ ਸਜ਼ਾ ਜ਼ਾਬਤਾ ਨੇ ਤੇ ਸਜ਼ਾ ਕੱਟ ਰਹੇ ਨੇ, ਔਰ ਜਦੋਂ ਉਹ ਬਾਹਰ ਆਉਣਗੇ, ਬਾਹਰ ਆ ਕੇ ਉਹ ਆਪਦਾ ਕੀ ਰੁੱਖ ਅਖਤਿਆਰ ਕਰਦੇ ਆ। ਕਾਂਗਰਸ ਪਾਰਟੀ 'ਚ ਰਹਿੰਦੇ ਆ, ਕੋਈ ਨਵਾਂ ਕਾਂਗਰਸ ਪਾਰਟੀ ਦੇ ਵਿੱਚ ਧੜਾ ਬਣਾਉਂਦੇ ਆ ਕਿ ਉਹਨੂੰ ਹਾਈ ਕਮਾਂਡ ਜਿਹੜੀ ਹੈ ਦਿੱਲੀ ਲਿਜਾਂਦੀ ਹੈ, ਕਿਉਂਕਿ ਸਟੇਟ ਦਾ, ਸੂਬੇ ਦਾ ਪ੍ਰਧਾਨ ਤਾਂ ਰਾਜਾ ਵੜਿੰਗ ਨੂੰ ਲਾਇਆ ਹੋਇਆ ਕਾਂਗਰਸ ਨੇ। ਇਸ ਕਰਕੇ ਮੇਰਾ ਖਿਆਲ ਹੈ ਕਿ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਉਹ ਐਵੇਂ ਹੀ ਆਪਾਂ, ਮੇਰਾ ਖਿਆਲ ਹੈ ਬਿਨਾਂ ਗੱਲ ਦੀ ਚਰਚਾ ਹੈ। ਜਦੋਂ ਉਹ ਬਾਹਰ ਆਉਣਗੇ ਤਾਂ ਫਿਰ ਪਤਾ ਲੱਗੂਗਾ। ਪਰ ਮੈਨੂੰ ਇੱਕ ਗੱਲ ਲੱਗਦੀ ਹੈ ਕਿ ਜਦੋਂ ਬੰਦਾ ਇਕੱਲਾ ਜੇਲ੍ਹ ਦੇ ਵਿੱਚ ਬੈਠਦਾ ਹੈ ਤੇ ਬੜਾ ਕੁਛ ਮੰਥਨ ਕਰਦਾ ਹੈ। ਹੋ ਸਕਦਾ ਹੈ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਬਿਨਾਂ ਕਿਸੇ ਗੱਲ ਦੀ ਟੀਕਾ ਟਿੱਪਣੀ ਸੀ, ਬਿਨਾਂ ਕਿਸੇ ਗੱਲ ਦੀ ਬੋਲਾਬਾਲੀ ਸੀ, ਵਾਰ-ਵਾਰ ਮੈਂ ਵਾਲੀ ਗੱਲ ਸੀ, ਸ਼ਾਇਦ ਉਹ ਬਦਲ ਕੇ ਇੱਕ ਟੀਮ 'ਚ ਕੰਮ ਕਰਨ ਵਾਲੇ ਨੇਤਾ ਵਜੋਂ ਕੰਮ ਕਰਨਗੇ ਤਾਂ ਉਹਨਾਂ ਦੀ ਪਾਰਟੀ ਦਾ ਮਸਲਾ, ਸਾਡੇ ਨਾਲ ਤਾਂ ਕੋਈ ਲੈਣਾ ਦੇਣਾ ਹੈ ਨਹੀਂ ਹਲੇ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਬੜਾ ਸਮਾਂ ਦਿੱਤਾ, ਬੜੀ ਡਿਟੇਲ ਤੁਸੀਂ ਅੱਜ ਜਿਹੜੀ ਆ ਆਮ ਆਦਮੀ ਪਾਰਟੀ ਲੈ ਕੇ ਆਏ ਸੀ। ਬਹੁਤ ਧੰਨਵਾਦ ਆ ਤੁਹਾਡਾ। ਸੋ ਚਰਨਜੀਤ ਬਰਾੜ ਸਾਡੇ ਨਾਲ ਸੀਗੇ, ਪੂਰੀ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਹੈ, ਚਾਹੇ ਉਹ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਦਾ ਯੂ ਟਰਨ ਹੋਵੇ ਜਾਂ ਤਮਾਮ ਮੁੱਦੇ ਹੋਣ। ਸੋ ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦਿਓ ਇਜਾਜ਼ਤ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਧੰਨਵਾਦ।